ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰੇ ਵੀਰੋ ਭੈਣੋ, ਆਪ ਸਾਰਿਆਂ ਨੂੰ ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਜੀ ਆਇਆਂ। ਅਸੀਂ ਪਿਛਲੇ ਕੁਝ ਦਿਨਾਂ ਵਿੱਚ ਸੋਦਰ ਤੇ ਸੋਪੁਰਖ ਸਰਲੇਖ ਹੇਠ ਆਏ ਹੋਏ ਸ਼ਬਦਾਂ ਦੀ ਵਿਚਾਰ ਕਰ ਚੁੱਕੇ ਹਾਂ। ਕੱਲ ਅਸੀਂ ਸੋਪੁਰਖ ਸਰਲੇਖ ਦੇ ਜੋ 2 ਸ਼ਬਦ ਅਖੀਰਲੇ ਸਨ, ਤਿਤ ਸਰਵੜੈ ਭਈਲੇ ਨਿਵਾਸਾ, ਦੂਜਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਇਹਨਾਂ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ। ਬਣੇ ਹੋਏ ਪ੍ਰੋਗਰਾਮ ਅਨੁਸਾਰ ਇਹ ਵਿਚਾਰ ਕੀਤੀ ਗਈ ਕਿ ਸੋਦਰ ਦੇ ਸਰਲੇਖ ਹੇਠ ਆਏ ਹੋਏ 5 ਸ਼ਬਦਾਂ ਦੀ ਇੱਕ ਲੜੀ ਦੇ ਵਿੱਚ ਵਿਚਾਰ ਔਰ ਸੋਪੁਰਖ ਦੇ ਵਿੱਚ ਆਏ ਹੋਏ 4 ਸ਼ਬਦਾਂ ਦੀ ਇੱਕ ਫੇਰ ਵਿਚਾਰ ਜਿਹੜੀ ਹੈ ਉਹ ਕੀਤੀ ਜਾਏ, ਤਦ ਕਿ ਇਹਨਾਂ ਦਾ ਮਿਲਵਾਂ ਭਾਵ ਅਸੀਂ ਆਪ ਜੀ ਦੇ ਨਾਲ ਸਾਂਝਾ ਕਰ ਸਕੀਏ। ਗੁਰੂ ਸਾਹਿਬ ਜੀ ਨੇ ਸਾਨੂੰ ਇਹਨਾਂ 9 ਸ਼ਬਦਾਂ ਦੇ ਵਿੱਚ 2 ਸਰਲੇਖਾਂ ਹੇਠ ਜੋ ਸਮਝਾਇਆ ਹੈ ਉਹਨੂੰ ਅਸੀਂ ਫਿਰ ਸਮਝ ਲਈਏ ਸੰਖੇਪ ਵਿੱਚ। ਇਹ ਵਿਚਾਰ ਵੀਰ ਪ੍ਰਭ ਕੀਰਤਨ ਸਿੰਘ ਜੀ ਸਾਡੇ ਨਾਲ ਰੋਜ਼ਾਨਾ ਕਰ ਰਹੇ ਹਨ। ਅੱਜ ਦੀ ਵਿਚਾਰ ਵਿੱਚ ਸੋਦਰ ਸਰਲੇਖ ਹੇਠ ਆਏ ਹੋਏ 5 ਸ਼ਬਦਾਂ ਦੀ ਜੋ ਸੰਖੇਪ ਵਿਚਾਰ ਹੈ, ਜੋ ਭਾਵ ਹਨ, ਜੋ ਤੱਤ ਹਨ, ਜਿਹਦੇ ਵਿੱਚੋਂ ਸਾਨੂੰ ਕੀ ਸਮਝ ਆਉਂਦੀ ਹੈ, ਕੀ ਸਿੱਖਿਆ ਗੁਰੂ ਸਾਹਿਬ ਜੀ ਨੇ ਦਿੱਤੀ ਹੈ, ਉਹ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਨ। ਤਾਂ ਮੈਂ ਵੀ ਬੇਨਤੀ ਕਰ ਰਿਹਾ ਹਾਂ ਵੀਰ ਪ੍ਰਭ ਕੀਰਤਨ ਸਿੰਘ ਜੀ ਨੂੰ ਕਿ ਅੱਜ ਦੀ ਵਿਚਾਰ ਆਰੰਭ ਕਰਨ। ਵੀਰ ਪ੍ਰਭ ਕੀਰਤਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਵੇਂ ਕਿ ਵੀਰ ਜੀ ਨੇ ਆਪ ਜੀ ਦੇ ਨਾਲ ਇਹ ਗੱਲ ਸਾਂਝੀ ਕੀਤੀ ਹੈ ਕਿ ਅੱਜ ਆਪਾਂ ਸੋਦਰ ਜੋ ਭਾਗ ਹੈ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੋਦਰ ਦੇ ਜੋ 5 ਸ਼ਬਦ ਹਨ, ਉਹਨਾਂ ਦੀ ਅੱਜ ਇਕੱਠਾ ਸੰਖੇਪ ਭਾਵ ਦੀ ਆਪਾਂ ਵਿਚਾਰ ਕਰਨੀ ਹੈ। ਇਹ ਕਰਨ ਦਾ ਭਾਵ ਇਹੀ ਹੈ, ਮੰਤਵ ਇਹੀ ਹੈ ਕਿ ਆਪਾਂ ਇਹਨਾਂ 5 ਸ਼ਬਦਾਂ ਦੀ ਸਮੁੱਚੀ ਵਿਚਾਰ ਕਰਕੇ ਇੱਕ ਲੜੀ ਦੇ ਰੂਪ ਦੇ ਵਿੱਚ ਜੋ ਸਤਿਗੁਰਾਂ ਨੇ ਇਹ 5 ਸ਼ਬਦ ਦਿੱਤੇ ਹਨ ਸਾਨੂੰ, ਉਹਨਾਂ ਦਾ ਇੱਕ ਲੜੀਵਾਰ ਤਰੀਕੇ ਦੇ ਨਾਲ ਵਿਚਾਰ ਚੱਲਦਾ ਹੈ। ਤਾਂ ਅਸੀਂ ਕਿਤੇ ਮਿਲਵੇਂ ਭਾਵ ਤੋਂ ਜੋ ਹੈ ਉਹ ਵਾਂਝੇ ਨਾ ਰਹਿ ਜਾਈਏ। ਆਪਾਂ ਕੋਸ਼ਿਸ਼ ਕਰਾਂਗੇ ਕਿ ਇਹਨਾਂ 5 ਸ਼ਬਦਾਂ ਦੇ ਮਿਲਵੇਂ ਭਾਵ ਦੀ ਅੱਜ ਆਪਾਂ ਵਿਚਾਰ ਕਰੀਏ। ਆਪ ਅਰਦਾਸ ਕਰਨੀ ਕਿ ਸਤਿਗੁਰੂ ਮਿਹਰ ਕਰਨ ਤੇ ਅਸੀਂ ਸਾਰੇ ਜੋ ਇਹ 5 ਸ਼ਬਦ ਰਹਿਰਾਸ ਸਾਹਿਬ ਜੀ ਦੀ ਬਾਣੀ ਜੋ ਹੈ, ਜਿਹਦਾ ਆਪਾਂ ਹਰ ਰੋਜ਼ ਸ਼ਾਮ ਨੂੰ ਨਿਤਨੇਮ ਵੀ ਕਰਦੇ ਹਾਂ, ਇਹਨਾਂ ਸ਼ਬਦਾਂ ਦੀ ਵਿਚਾਰ ਸਾਡੇ ਹਿਰਦੇ 'ਚ ਨਿਵਾਸ ਕਰੇ ਤੇ ਸਤਿਗੁਰੂ ਸਾਨੂੰ ਬਲ ਬੁੱਧੀ ਬਖਸ਼ਣ ਕਿ ਸਾਡੇ ਜੀਵਨ ਦੇ ਵਿੱਚ ਇਸ ਉਪਦੇਸ਼ ਨੂੰ ਪ੍ਰਵੇਸ਼ ਕਰਨ, ਅਸੀਂ ਆਪਣੇ ਅਮਲੀ ਜੀਵਨ ਦੇ ਵਿੱਚ ਇਹ ਹਿੱਸਾ ਬਣਾ ਸਕੀਏ ਤੇ ਇਹਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ। ਇਹੀ ਮੰਤਵ ਹੈ ਇਹਨਾਂ 5 ਸ਼ਬਦਾਂ ਦੀ ਅੱਜ ਮਿਲਵੀਂ ਵਿਚਾਰ, ਸੰਖੇਪ ਵਿਚਾਰ ਕਰਨ। ਤੋ ਜੋ ਸਭ ਤੋਂ ਪਹਿਲਾ ਸ਼ਬਦ ਹੈ ਇਸ ਲੜੀ ਦਾ, ਸੋ ਦਰ ਰਾਗ ਆਸਾ ਮਹਿਲਾ ਪਹਿਲਾ, ਇਹ ਸਿਰਲੇਖ ਹੈ ਇਸ ਸ਼ਬਦ ਦਾ। ਤੋ ਸੋ ਦਰ ਇਹ 5 ਸ਼ਬਦਾਂ ਦਾ ਮੁੱਖ ਲੇਖ ਜੋ ਹੈ ਸਤਿਗੁਰਾਂ ਨੇ ਪਹਿਲੇ ਦੇ ਦਿੱਤਾ ਹੈ। ਵੈਸੇ ਤਾਂ ਅਸੀਂ ਆਮ ਤੌਰ ਦੇ ਉੱਤੇ ਜਦੋਂ ਵੀ ਕੋਈ ਸ਼ਬਦਾਂ ਦੇ ਸਮੂਹ ਨੂੰ ਇੱਕ ਵੱਖਰਾ ਸਿਰਲੇਖ ਸਤਿਗੁਰੂ ਦੇ ਦਿੰਦੇ ਹਨ ਤੇ ਅਸੀਂ ਉਹਨਾਂ ਦੇ ਬਾਰੇ ਗੱਲ ਕਰਨ ਲੱਗਿਆਂ ਇਹੀ ਸ਼ਬਦ ਵਰਤਦੇ ਹਾਂ ਕਿ ਇਸ ਨਾਮ ਦੀ ਇਹ ਬਾਣੀ ਹੈ। ਪਰ ਚूंकि ਇਹ ਜੋ 5 ਸ਼ਬਦ ਹਨ, ਇਹ ਇੱਕ ਹੋਰ ਬਾਣੀ ਜੋ ਸਾਡੇ ਨਿਤਨੇਮ ਦਾ ਹਿੱਸਾ ਹੈ, ਉਹਦਾ ਇੱਕ ਹਿੱਸਾ ਬਣ ਚੁੱਕੀ ਹੈ। ਪਹਿਲੇ 5 ਸ਼ਬਦ ਇਹ ਹਨ, ਫਿਰ ਉਸ ਤੋਂ ਬਾਅਦ ਸੋ ਪੁਰਖ ਦੀ ਲੜੀ ਦੇ 5 ਸ਼ਬਦ ਆਉਂਦੇ ਹਨ। ਤਾਂ ਅਸੀਂ ਇਹਨਾਂ ਨੂੰ ਇੱਕ ਕਿਸਮ ਦੇ ਨਾਲ ਇਸ ਬਾਣੀ ਦੇ ਹਿੱਸਿਆਂ ਦੇ ਤੌਰ ਤੇ ਇਹਦੀ ਵਿਚਾਰ ਕਰਦੇ ਹਾਂ। ਤਾਂ ਪਹਿਲੇ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਜੋ ਸੋ ਦਰ ਦਾ ਸ਼ਬਦ ਹੈ, ਜਿਸ ਦਾ ਆਰੰਭ ਇੱਥੋਂ ਹੁੰਦਾ ਹੈ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਇਹ ਸ਼ਬਦ ਜੋ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 3 ਵਾਰ ਆਇਆ ਹੈ। ਇੱਕ ਵਾਰੀ ਜਪਜੀ ਸਾਹਿਬ ਦੇ ਵਿੱਚ, ਇੱਕ ਵਾਰੀ ਇੱਥੇ,
ਤੇ ਇੱਕ ਵਾਰੀ ਫਿਰ ਆਸਾ ਰਾਗ ਦੇ ਵਿੱਚ। ਆਪਣੇ ਆਪ ਦੇ ਵਿੱਚ ਇਹੀ ਗੱਲ ਸਾਨੂੰ ਇਸ ਚੀਜ਼ ਦਾ ਮਹੱਤਵ ਦਰਸਾ ਦਿੰਦੀ ਹੈ ਕਿ ਇਸ ਸ਼ਬਦ ਦੇ ਵਿੱਚ ਜੋ ਸਤਿਗੁਰਾਂ ਨੇ ਉਪਦੇਸ਼ ਦਿੱਤੇ ਹਨ, ਉਸ ਨੂੰ ਸਤਿਗੁਰੂ ਆਪ ਕਿੰਨੀ ਮਹੱਤਤਾ ਦਿੰਦੇ ਹੋਣਗੇ। ਜਦੋਂ ਇੱਕ ਸ਼ਬਦ 3 ਵਾਰਾਂ ਦਰਜ ਹੋ ਰਿਹਾ ਹੈ, ਮਾਮੂਲੀ ਫਰਕਾਂ ਦੇ ਨਾਲ ਦਰਜ ਹੋ ਰਿਹਾ ਹੈ, ਮੁੱਖ ਤੌਰ ਤੇ ਉਹੀ ਸ਼ਬਦ ਹੈ ਔਰ ਭਾਵ ਵੀ ਉਹੀ ਹੈ, ਤਾਂ ਆਪਣੇ ਆਪ ਦੇ ਵਿੱਚ ਸਾਡੇ ਮਨ ਦੇ ਵਿੱਚ ਇਸ ਦੀ ਜੋ ਇੰਪੋਰਟੈਂਸ ਹੈ ਉਹ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਇਹ ਸ਼ਬਦ ਜੋ ਹੈ ਇਹ ਸਤਿਗੁਰੂ ਜੀ ਦੇ ਉਹਨਾਂ ਰੋਜ਼ਾਨਾ ਪੜ੍ਹੇ ਜਾਣ ਵਾਲੇ ਵੱਡੇ ਉਪਦੇਸ਼ਾਂ ਵਿੱਚੋਂ ਹੈ। ਕਿਉਂਕਿ ਇਹ ਵੀ ਨਾਲ ਗੱਲ ਹੈ ਕਿ ਜਪਜੀ ਸਾਹਿਬ ਦਾ ਪਾਠ ਵੀ ਅਸੀਂ ਰੋਜ਼ ਕਰਦੇ ਹਾਂ, ਰਹਿਰਾਸ ਸਾਹਿਬ ਦਾ ਪਾਠ ਜਿਹਦੇ 'ਚ ਸ਼ਬਦ ਦੂਜੀ ਵਾਰੀ ਆਉਂਦਾ ਉਸ ਦਾ ਪਾਠ ਵੀ ਰੋਜ਼ ਕਰਦੇ ਹਾਂ, ਤੇ ਫਿਰ ਆਸਾ ਦੀ ਵਾਰ ਦੇ ਵਿੱਚ ਅਸੀਂ ਫਿਰ ਇਸ ਦਾ ਇੱਕ ਵਾਰੀ ਰੋਜ਼ਾਨਾ ਦੇ ਤਰੀਕੇ ਦੇ ਨਾਲ ਅਸੀਂ ਇਹਨੂੰ ਪੜ੍ਹਦੇ ਹਾਂ। ਤੋ ਆਓ ਇਹਦੇ ਥੋੜ੍ਹੇ ਜਿਹੇ ਵਿਚਾਰ ਆਪਾਂ ਮਾਮੂਲੀ ਸੰਖੇਪਤਾ ਦੇ ਨਾਲ ਇਹਨੂੰ ਸਮਝੀਏ ਤਾਂ ਕਿ ਸਾਡੇ ਮਨ ਦੇ ਵਿੱਚ ਦ੍ਰਿੜ ਹੋ ਜਾਏ। ਤੋ ਸਤਿਗੁਰੂ ਜੀ ਨੇ ਇਸ ਸ਼ਬਦ ਦੇ ਵਿੱਚ 2 ਮੁੱਖ ਉਪਦੇਸ਼ ਜੋ ਹਨ ਉਹ ਸਾਨੂੰ ਦਿੱਤੇ ਹਨ। ਪਹਿਲੇ ਭਾਗ ਦੇ ਵਿੱਚ ਆਪਾਂ ਇਹਦੇ 2 ਹਿੱਸੇ ਇਸੇ ਹਿਸਾਬ ਨਾਲ ਕਰ ਸਕਦੇ ਹਾਂ। ਪਹਿਲਾ ਹਿੱਸਾ ਜੋ ਹੈ, ਜਿਸ ਹਿੱਸੇ ਦੇ ਵਿੱਚ ਪੁਰਖ ਜੀ ਦੀ ਸਰਬ ਕੁਝ ਮੰਤਵ ਇਹ ਹੈ ਕਿ ਸਾਨੂੰ ਇਹ ਅਹਿਸਾਸ ਹੋ ਜਾਏ ਕਿ ਸਿੱਖ ਨੇ ਕੇਵਲ ਤੇ ਕੇਵਲ ਅਕਾਲ ਪੁਰਖ ਦੇ ਨਾਲ ਜੁੜਨਾ ਹੈ, ਵਾਹਿਗੁਰੂ ਦੇ ਨਾਲ ਜੁੜਨਾ ਹੈ, ਉਸ ਪ੍ਰਭੂ ਦੇ ਨਾਲ ਜੁੜਨਾ ਹੈ, ਨਾ ਕਿ ਸਾਡਾ ਇਸ਼ਟ ਕੋਈ ਹੋਰ ਹੈ। ਤੋ ਇਹ ਸਤਿਗੁਰਾਂ ਨੇ ਇੱਕ ਨਵੇਕਲੇ ਢੰਗ ਦੇ ਨਾਲ ਸਾਨੂੰ ਇਹ ਉਪਦੇਸ਼ ਦਿੱਤਾ ਹੈ। ਤੋ ਇਸ ਉਪਦੇਸ਼ ਦੇ ਵਿੱਚ ਸਤਿਗੁਰੂ ਜੀ ਕਹਿ ਰਹੇ ਹਨ ਕਿ ਪਹਿਲਾ ਜੋ ਹਿੱਸਾ ਹੈ ਉਹਦੇ ਵਿੱਚ ਸਤਿਗੁਰਾਂ ਨੇ ਇਹ ਢੰਗ ਵਰਤਿਆ ਹੈ ਕਿ ਸਾਨੂੰ ਉਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਕਰ ਦਿੱਤਾ ਹੈ ਜਿਨ੍ਹਾਂ ਦੇ ਨਾਲ ਸਾਨੂੰ ਜੋੜਿਆ ਜਾਂਦਾ ਹੈ ਤਾਂ ਕਿ ਸਾਡਾ ਜੋ ਨਿਸ਼ਚਾ ਹੈ ਉਹ ਵਾਹਿਗੁਰੂ ਜੀ ਨਾਲੋਂ ਟੁੱਟ ਜਾਵੇ। ਤੋ ਸਤਿਗੁਰੂ ਜੀ ਨੇ ਉਹ ਸਾਰੀਆਂ ਚੀਜ਼ਾਂ ਨੂੰ 3 ਹਿੱਸਿਆਂ ਦੇ ਵਿੱਚ ਵੰਡਿਆ ਹੈ। ਪਹਿਲੇ ਤਾਂ ਸਤਿਗੁਰੂ ਜੀ ਨੇ ਉਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੂੰ ਅਸੀਂ ਸੁਪਰ ਨੈਚੁਰਲ ਜਾਂ ਸੁਪਰ ਹਿਊਮਨ ਕਹਿ ਲਈਏ, ਜਾਂ ਮਨੁੱਖ ਤੋਂ ਬਹੁਤ ਉੱਚੀਆਂ ਅਜਿਹੀਆਂ ਹਸਤੀਆਂ ਹਨ, ਉਹ ਮਨੁੱਖਾਂ ਦਾ ਹਿੱਸਾ ਨਹੀਂ ਮੰਨੀਆਂ ਜਾਂਦੀਆਂ, ਵੀ ਉਹ ਬਹੁਤ ਵੱਡੀਆਂ ਹਨ, ਮਨੁੱਖ ਉਹਨਾਂ ਦੇ ਅਧੀਨ ਹੈ ਜਾਂ ਮਨੁੱਖ ਉਹਨਾਂ ਤੋਂ ਬਹੁਤ ਛੋਟਾ ਹੈ, ਉਹ ਸਾਨੂੰ ਇਹ ਦੱਸਿਆ ਜਾਂਦਾ ਹੈ। ਇੱਥੇ ਸਤਿਗੁਰੂ ਜੀ ਨੇ ਇਹਨਾਂ ਵਿੱਚ ਜ਼ਿਕਰ ਕੀਤਾ ਹੈ ਧਰਮ ਰਾਜ ਦਾ, ਚਿਤਰਗੁਪਤ ਦਾ, ਫਿਰ ਈਸ਼ਰ, ਬ੍ਰਹਮਾ, ਦੇਵੀਆਂ, ਇੰਦਰ, ਦੇਵਤੇ, ਮੋਹਣੀਆਂ, ਅਪਛਰਾ ਆਦਿ ਇਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਹੈ। ਕਿਉਂਕਿ ਮਿਥਿਹਾਸ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦਾ ਜ਼ਿਕਰ ਮਿਲਦਾ ਹੈ ਕਿ ਇਹ ਸਾਰੇ ਮਨੁੱਖ ਤੋਂ ਬਹੁਤ ਵੱਡੇ ਹਨ, ਮਨੁੱਖ ਨੂੰ ਦਾਤਾਂ ਦੇਣ ਵਾਲੇ ਹਨ, ਮਨੁੱਖ ਦਾ ਹਿਸਾਬ ਕਿਤਾਬ ਕਰਨ ਵਾਲੇ ਹਨ, ਮਨੁੱਖ ਦੇ ਮਨ ਬੁੱਧੀ ਉੱਤੇ ਕਾਬੂ ਕਰਨ ਵਾਲੇ। ਤੋ ਸਤਿਗੁਰੂ ਜੀ ਨੇ ਇਹਨਾਂ ਜੋ ਸੁਪਰ ਹਿਊਮਨ ਜਿਹੜੀਆਂ ਪਰਸਨੈਲਿਟੀ ਸਾਡੇ ਸਾਹਮਣੇ ਰੱਖੀਆਂ ਜਾਂਦੀਆਂ ਹਨ ਕਿ ਭਾਈ ਤੁਸੀਂ ਇਹਨਾਂ ਦੇ ਨਾਲ ਜੁੜੋ, ਉਹਨਾਂ ਦਾ ਜ਼ਿਕਰ ਕੀਤਾ ਹੈ। ਫਿਰ ਸਤਿਗੁਰੂ ਜੀ ਨੇ ਉਹਨਾਂ ਮਨੁੱਖਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਆਮ ਮਨੁੱਖਾਂ ਨਾਲੋਂ ਉੱਚੇ ਹਨ, ਹੈ ਨੂੰ ਮਨੁੱਖ ਹੀ, ਪਰ ਉਹ ਮਨੁੱਖਾਂ ਨਾਲੋਂ ਬਹੁਤ ਉੱਚੇ ਦੱਸੇ ਜਾਂਦੇ ਹਨ। ਕੁਝ ਖਾਸ ਕਾਰਨਾਂ ਕਰਕੇ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਘਾਲਣਾ, ਪ੍ਰਾਪਤੀਆਂ, ਉਹਨਾਂ ਦਾ ਦਰਜਾ ਵੱਡਾ ਹੋ ਚੁੱਕਾ ਹੈ, ਜਾਂ ਉਹਨਾਂ ਨੂੰ ਅਵਤਾਰੀ ਪੁਰਖ ਕਹਿ ਕੇ ਉਹਨਾਂ ਦੇ ਨਾਲ ਜੋੜਿਆ ਜਾਂਦਾ ਹੈ ਕਿ ਉਹਨਾਂ ਦੇ ਵਿੱਚ ਉਹ ਜੋ ਦੇਵੀ ਦੇਵਤੇ ਹਨ ਜਾਂ ਬ੍ਰਹਮ ਹੈ ਜਾਂ ਜਗਤ ਨੂੰ ਬਣਾਉਣ ਵਾਲਾ ਹੈ, ਉਹ ਆ ਕੇ ਉਹਨਾਂ ਦੇ ਵਿੱਚ ਪ੍ਰਵੇਸ਼ ਕਰਕੇ ਨਿਵਾਸ ਕਰ ਰਿਹਾ ਹੈ ਤੇ ਉਹਨਾਂ ਦੀਆਂ ਸ਼ਕਤੀਆਂ ਉਹਦੇ ਤੋਂ ਮਿਲ ਰਹੀਆਂ ਹਨ। ਇਹਨਾਂ ਦੇ ਵਿੱਚ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਕਿ ਸਿੱਧ, ਸਾਧ ਜਨ, ਜਤੀ ਸਤੀ, ਸੰਤੋਖੀ, ਬੜੇ ਬਹਾਦਰ ਪੁਰਸ਼, ਅਵਤਾਰੀ ਪੁਰਸ਼, ਪੰਡਿਤ ਤੇ ਰਖੀਸਰ। ਤੋ ਇਹ ਸਾਰੇ ਹੈ ਤਾਂ ਮਨੁੱਖ ਹੀ, ਪਰ ਇਹ ਆਮ ਮਨੁੱਖਾਂ ਨਾਲੋਂ ਵੱਡੇ ਗਿਣੇ ਜਾਂਦੇ ਹਨ। ਉਹਨਾਂ ਨੇ ਕੋਈ ਖਾਸ ਚੀਜ਼ਾਂ ਦੇ ਵਿੱਚ ਮਹਾਰਤ ਸਿੱਧੀ ਹਾਸਲ ਕੀਤੀ ਹੋਈ ਹੈ, ਜਾਂ ਬਹੁਤ ਹੀ ਵੱਡੇ ਰਿਸ਼ੀ ਹਨ, ਪੰਡਿਤ, ਵਿਦਵਾਨ ਹਨ, ਜਾਂ ਉਹਨਾਂ ਨੇ ਕੋਈ ਅਜਿਹੇ ਸ਼ਕਤੀਆਂ ਪ੍ਰਾਪਤ ਕੀਤੀਆਂ ਹੋਈਆਂ ਹਨ ਕਿ ਜਿਨ੍ਹਾਂ ਦੇ ਨਾਲ ਉਹ ਬਹੁਤ ਕੁਝ ਕਰ ਸਕਦੇ ਹਨ, ਵੀਰ ਕਰਾਰੇ ਹਨ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਵੀ ਜਿਹੜੇ ਹਨ, ਇਹਨਾਂ ਨਾਲ ਵੀ ਸਾਨੂੰ ਜੋੜ ਕੇ ਅਕਾਲ ਪੁਰਖ ਤੋਂ ਸਾਡਾ ਜਿਹੜਾ ਭਰੋਸਾ ਹੈ ਉਹ ਤੋੜਿਆ ਜਾਂਦਾ ਹੈ। ਤੇ ਤੀਜੀ ਕੈਟੇਗਰੀ ਦਾ ਸਤਿਗੁਰਾਂ ਨੇ ਜੋ ਜ਼ਿਕਰ ਕੀਤਾ ਹੈ ਕਿ ਉਹ ਜਿਹੜੀਆਂ ਕੁਦਰਤੀ ਵਸਤੂਆਂ ਹਨ, ਜਿਹੜੀਆਂ ਸਾਨੂੰ ਬਹੁਤ ਵੱਡੀਆਂ ਲੱਗਦੀਆਂ ਹਨ,
ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਇਹ ਮਨੁੱਖ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਪਾਉਂਦੀਆਂ ਹਨ ਜਾਂ ਬਹੁਤ ਕੀਮਤੀ ਹਨ, ਬਹੁਤ ਵੱਡੀਆਂ ਹਨ, ਬੜੀਆਂ ਵੱਡੀਆਂ ਦਾਤਾਂ ਦੇਣ ਵਾਲੀਆਂ ਹਨ। ਇਹਨਾਂ ਦੇ ਵਿੱਚ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਨਾਦ, ਜਿਸ ਤੋਂ ਜਗਤ ਨੂੰ ਪੈਦਾ ਹੋਇਆ ਵੀ ਕਹਿ ਦਿੱਤਾ ਜਾਂਦਾ ਹੈ। ਰਾਗ ਤੇ ਪਰੀਆਂ ਜਿਹੜੀਆਂ ਕਿ ਦੇਵਤਿਆਂ ਤੋਂ ਬਲੈਸਡ ਹਨ, ਰਾਗ ਰਾਗਣੀਆਂ। ਫਿਰ ਪਵਨ ਪਾਣੀ ਬਸੰਤਰ, ਉਹ ਨੈਚੁਰਲ ਐਲੀਮੈਂਟਸ ਜਿਹੜੇ ਇੰਨੇ ਪਾਵਰਫੁਲ ਮੰਨੇ ਗਏ ਕਿ ਉਹਨਾਂ ਨੂੰ ਦੇਵੀ ਦੇਵਤਿਆਂ ਦਾ ਦਰਜਾ ਦੇ ਦਿੱਤਾ ਗਿਆ। ਫਿਰ 14 ਰਤਨ ਹਨ ਜਿਹੜੇ ਬੇਸ਼ਕੀਮਤੀ ਹਨ, ਵੱਡੀਆਂ ਤਾਕਤਾਂ ਵਾਲੇ ਹਨ, ਬੇਅੰਤ ਦਾਤਾਂ ਦੇਣ ਵਾਲੇ ਹਨ, ਮਨੁੱਖ ਨੂੰ ਅਮਰ ਕਰਨ ਵਾਲਾ ਅੰਮ੍ਰਿਤ ਵੀ ਉਹਨਾਂ ਵਿੱਚੋਂ ਗਿਣਿਆ ਜਾਂਦਾ ਹੈ। ਇਸੇ ਤਰ੍ਹਾਂ ਹੀ 68 ਤੀਰਥ ਜਿਨ੍ਹਾਂ ਦੇ ਵਿੱਚ ਇਹ ਸ਼ਕਤੀ ਮੰਨੀ ਗਈ ਕਿ ਮਨੁੱਖਾਂ ਦੇ ਕੀਤੇ ਹੋਏ ਸਾਰੇ ਪਾਪਾਂ ਦਾ ਨਾਸ਼ ਕਰਨ ਦੀ ਸ਼ਕਤੀ ਉਹਨਾਂ ਦੇ ਵਿੱਚ ਹੈ। ਇਸੇ ਤਰ੍ਹਾਂ ਹੀ ਖੰਡ, ਮੰਡਲ, ਬ੍ਰਹਿਮੰਡ ਜਿਨ੍ਹਾਂ ਦੇ ਅਨੇਕਾਂ ਹਿੱਸਿਆਂ ਨੂੰ ਬੜੇ ਸ਼ਕਤੀਮਾਨ ਮੰਨ ਲਿਆ ਗਿਆ, ਸਾਡੇ ਜੀਵਨ ਉੱਤੇ ਵੱਡਾ ਪ੍ਰਭਾਵ ਪਾ ਸਕਦੇ ਹਨ, ਜਿਨ੍ਹਾਂ ਨੂੰ ਖੁਸ਼ ਰੱਖਣਾ ਸਾਨੂੰ ਉਹਨਾਂ ਨੇ ਦੱਸਿਆ। ਹਰ ਸ਼ਨੀਵਾਰ ਅਸੀਂ ਜੈ ਸ਼ਨੀ ਦੇਵ ਕਰਤੇ, ਇਹ ਵੀ ਉਹ ਇੱਕ ਗ੍ਰਹਿ ਹੀ ਹੈ ਅਸਲ ਦੇ ਵਿੱਚ ਸੂਰਜ ਦਾ, ਜਿਹਨੂੰ ਇੱਕ ਬੜੇ ਵੱਡੀ ਤਾਕਤ ਵਾਲਾ ਦੇਵਤਾ ਬਣਾ ਕੇ ਜਿਹਨੂੰ ਖੁਸ਼ ਕਰਨਾ ਸਾਡੇ ਵਾਸਤੇ ਜ਼ਰੂਰੀ ਕਰਾਰ ਦੇ ਦਿੰਦੇ ਨੇ। ਤੇ ਇਹਨਾਂ ਸਾਰਿਆਂ ਤਿੰਨਾਂ ਕੈਟੇਗਰੀਜ਼ ਦਾ ਅਰਥ ਸਤਿਗੁਰੂ ਜੀ ਕਹਿੰਦੇ ਹਨ ਕਿ ਇਹਨਾਂ ਨਾਲ ਨਹੀਂ ਜੁੜਨਾ। ਭਾਵ ਜਿਹੜੇ ਭੁਲੇਖਿਆਂ ਦੇ ਨਾਲ ਸਾਨੂੰ ਅਕਾਲ ਪੁਰਖ ਤੋਂ ਤੋੜ ਦਿੱਤਾ ਜਾਂਦਾ ਹੈ, ਸਿੱਖ ਨੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੂੰ ਧਾਰਨ ਕਰਨ ਵਾਲੇ ਨੇ ਉਹਨਾਂ ਤੋਂ ਬਚ ਕੇ ਰਹਿਣਾ ਹੈ। ਉਹਨਾਂ ਦੇ ਵਿੱਚ ਫਸਣਾ ਨਹੀਂ, ਉਹਨਾਂ ਚੀਜ਼ਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਅਕਾਲ ਪੁਰਖ ਨਾਲ ਉਹਦੇ ਨਾਲੋਂ ਸਾਨੂੰ ਤੋੜ ਦੇਣ, ਸਾਡਾ ਇਸ਼ਟ ਜੋ ਹੈ ਉਹਦੇ ਨਾਲ ਤੋੜ ਦੇਣ, ਸਾਡਾ ਭਰੋਸਾ ਅਕਾਲ ਪੁਰਖ ਵਾਹਿਗੁਰੂ ਨਾਲ ਤੋੜ ਕੇ ਜਦੋਂ ਵੀ ਅਸੀਂ ਕਿਸੇ ਹੋਰ ਚੀਜ਼ ਦੇ ਨਾਲ ਭਰੋਸਾ ਜੋੜਦੇ ਹਾਂ ਤਾਂ ਸਾਡਾ ਅਕਾਲ ਪੁਰਖ ਨਾਲ ਪ੍ਰੇਮ, ਉਹਦੇ ਤੇ ਵਿਸ਼ਵਾਸ ਜਿਹੜਾ ਹੈ ਉਹ ਮਤਲਬ ਟੁੱਟਦਾ ਹੈ, ਘਟਦਾ ਹੈ। ਤਾਂ ਪਹਿਲੇ ਤਾਂ ਸਤਿਗੁਰੂ ਜੀ ਨੇ ਇਹ ਦੱਸਿਆ ਕਿ ਇਹ ਸਾਰੇ ਜਿਨ੍ਹਾਂ ਦਾ ਜ਼ਿਕਰ ਆਪਾਂ ਕੀਤਾ ਹੈ, ਇਹ ਅਕਾਲ ਪੁਰਖ ਦੇ ਦਰ ਤੇ ਉਹਦੇ ਗੁਣ ਗਾ ਰਹੇ ਹਨ। ਅਕਾਲ ਪੁਰਖ ਦੇ ਭਾਵ ਅਕਾਲ ਪੁਰਖ ਤੋਂ ਬਹੁਤ ਛੋਟੇ ਹਨ, ਜਾਂ ਗੁਣ ਗਾਉਣ ਦਾ ਅਰਥ ਅਸੀਂ ਲਈਏ ਕਿ ਉਹਦੇ ਹੁਕਮ ਵਿੱਚ ਚੱਲ ਰਹੇ ਹਨ। ਜੋ ਅਕਾਲ ਪੁਰਖ ਦਾ ਹੁਕਮ ਹੈ, ਜੋ ਉਹਨੇ ਨਿਯਮ ਬਣਾਇਆ ਹੈ, ਸਿਸਟਮ ਬਣਾਇਆ ਹੈ, ਇਹ ਉਹਦੇ ਵਿੱਚ ਚੱਲ ਰਹੇ ਹਨ ਔਰ ਟਸ ਤੋਂ ਮਸ ਨਹੀਂ ਹੋ ਸਕਦੇ, ਕਿਉਂਕਿ ਇਹ ਅਕਾਲ ਪੁਰਖ ਦੇ ਦਰ ਦੇ ਮੰਗਤੇ ਹਨ, ਛੋਟੇ ਹਨ ਉਸ ਤੋਂ ਬਹੁਤ। ਤੇ ਤੀਜਾ ਸਤਿਗੁਰੂ ਜੀ ਨੇ ਇੱਥੇ ਬਾਰ-ਬਾਰ ਸਾਨੂੰ ਕਿਹਾ ਹੈ ਕਿ ਉਸ ਦੇ ਦਰ ਤੇ ਇਹ ਸਾਰੇ ਗਾ ਰਹੇ, ਜਿਵੇਂ ਕੋਈ ਦਾਤਾ ਮੰਗਣ ਵਾਲੇ ਕਿਸੇ ਦੇ ਦਰ ਦੇ ਉੱਤੇ ਜਾ ਕੇ ਗਾਉਂਦੇ ਹਨ। ਤੋ ਅਸੀਂ ਇਹਨਾਂ ਤਿੰਨਾਂ ਤਰੀਕਿਆਂ ਦੇ ਨਾਲ ਇਹਨੂੰ ਸਮਝ ਲਈਏ ਕਿ ਇਹ ਸਾਰੇ ਅਕਾਲ ਪੁਰਖ ਦੇ ਸਾਹਮਣੇ ਨਿਗੋਣੇ ਹਨ, ਉਹਦੇ ਹੁਕਮ ਦੇ ਵਿੱਚ ਹਨ, ਉਸ ਤੋਂ ਬਹੁਤ ਛੋਟੇ ਹਨ। ਇਹਨਾਂ ਦੀ ਸ਼ਕਤੀ ਅਕਾਲ ਪੁਰਖ ਦੇ ਸਾਹਮਣੇ ਕੁਝ ਵੀ ਨਹੀਂ, ਬਲਕਿ ਇਹ ਤਾਂ ਆਪ ਅਕਾਲ ਪੁਰਖ ਦੇ ਹੁਕਮ ਵਿੱਚ ਚੱਲਣ ਨੂੰ ਮਜਬੂਰ ਨੇ। ਇਹਨਾਂ ਨੇ ਸਾਨੂੰ ਕੀ ਦੇਣਾ ਹੈ? ਅਗਰ ਅਸੀਂ ਜੁੜਨਾ ਹੈ ਤੇ ਅਸੀਂ ਅਕਾਲ ਪੁਰਖ ਦੇ ਨਾਲ ਜੁੜਨਾ ਹੈ, ਇਹਨਾਂ ਵਿੱਚੋਂ ਕਿਸੇ ਨਾਲ ਨਹੀਂ। ਫਿਰ ਸਤਿਗੁਰੂ ਜੀ ਨੇ ਸਾਨੂੰ ਦੂਜੇ ਭਾਗ ਦੇ ਵਿੱਚ ਪ੍ਰੇਰਨਾ ਦਿੱਤੀ ਹੈ। ਇਹ ਦਿੱਤੀ ਹੈ ਕਿ ਅਸੀਂ ਅਕਾਲ ਪੁਰਖ ਦੇ ਗੁਣ ਗਾਉਣੇ ਹਨ। ਉਹਨੇ ਜੋ ਆਪ ਜੀ ਦੇ ਸਾਹਮਣੇ ਡਿਸਪਲੇ ਹੈ, ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਇਸ ਪੰਕਤੀ ਦੇ ਨਾਲ ਉਹ ਪਹਿਲੇ ਹਿੱਸੇ ਦੀ ਸਮਾਪਤੀ ਹੋ ਜਾਂਦੀ ਹੈ, ਜਿਹਦੇ ਸਤਿਗੁਰਾਂ ਨੇ ਸਾਨੂੰ ਉਹਨਾਂ ਸਾਰਿਆਂ ਦਾ ਜ਼ਿਕਰ ਕਰਕੇ ਸਮਝਾਇਆ ਹੈ ਕਿ ਇਹਨਾਂ ਨਾਲ ਨਹੀਂ, ਅਸੀਂ ਅਕਾਲ ਪੁਰਖ ਨਾਲ ਜੁੜਨਾ ਹੈ। ਹੁਣ ਅੱਗੋਂ ਸਤਿਗੁਰੂ ਜੀ ਜਿਹੜੀ ਪ੍ਰੇਰਨਾ ਦੇ ਰਹੇ ਹਨ ਉਹ ਇਹ ਹੈ ਕਿ ਅਸੀਂ ਅਕਾਲ ਪੁਰਖ ਦੇ ਨਾਲ ਜੁੜਨਾ ਹੈ, ਅਸੀਂ ਗੁਣ ਗਾਉਣੇ ਹਨ। ਕਿਉਂਕਿ ਸਤਿਗੁਰੂ ਜੀ ਨੇ ਗੁਣ ਗਾਉਣ ਦੀ ਹੀ ਉਪਮਾ ਜਿਹੜੀ ਹੈ, ਉਹ ਇਹ ਜੋ ਇੱਕ ਸਿਮਲੀ ਹੈ ਉਹ ਵਰਤੀ ਹੈ, ਉਹਦੇ ਉੱਤੇ ਵੀ ਬਾਕੀ ਸਾਰਿਆਂ ਦੇ ਵਾਸਤੇ ਵੀ ਅਕਾਲ ਪੁਰਖ ਦੇ ਗੁਣ ਗਾ ਰਹੇ ਹਨ। ਕਿਉਂਕਿ ਸਤਿਗੁਰੂ ਜੀ ਨੇ ਸਾਨੂੰ ਸਿੱਖਿਆ ਉਸ ਅਕਾਲ ਪੁਰਖ ਦੇ ਗੁਣ ਗਾਉਣ ਦੀ ਦੇਣੀ। ਤੋ ਸਤਿਗੁਰੂ ਜੀ ਇੱਥੇ ਅਗਲੇ ਹਿੱਸੇ ਦੀ ਪਹਿਲੀ ਪੰਕਤੀ ਚ ਕਹਿੰਦੇ ਹਨ ਕਿ ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ। ਹੁਣ ਭਗਤ ਰਸਾਲੇ ਦਾ ਭਾਵ ਹੈ ਉਹਦੇ ਰਸ ਵਿੱਚ ਗੁੰਨੇ ਹੋਏ ਜੋ ਭਗਤ ਹਨ, ਜਿਹੜੇ ਪ੍ਰਭੂ ਦੇ ਨਾਮ ਨੂੰ ਜਪ ਕੇ ਉਹਦੇ ਪ੍ਰੇਮ ਦੇ ਵਿੱਚ ਉਹਦੇ ਵਿੱਚੋਂ ਆਨੰਦ ਤੇ ਰਸ ਲੈ ਰਹੇ। ਤੋ ਸਾਨੂੰ ਰਸਤਾ ਦੱਸਿਆ ਹੈ ਪ੍ਰੇਮ ਦੇ ਨਾਲ ਉਹਦੇ ਨਾਲ ਜੁੜਨ ਦਾ। ਤੇ ਨਾਲ ਦੂਜੀ ਗੱਲ ਸਤਿਗੁਰੂ ਜੀ ਨੇ ਕਹੀ ਹੈ ਕਿ ਸੇਈ ਤੁਧ ਨੂੰ ਗਾਵਨ ਜੋ ਤੁਧ ਭਾਵਨ, ਕਿ ਉਹਦੇ ਗੁਣ ਵੀ ਗਾਣੇ ਹਨ। ਤੇ ਸਾਨੂੰ ਅਸੀਂ ਤਾਂ ਹੀ ਗਾ ਸਕਦੇ ਹਾਂ ਜੇ ਅਸੀਂ ਉਹਨੂੰ ਭਾ ਜਾਂਦੇ ਹਾਂ, ਜੋ ਤੁਧ ਭਾਵਨ।
ਤੇ ਕਿਸੇ ਨੂੰ ਚੰਗੇ ਲੱਗਣ ਦਾ ਭਾਣ ਦਾ ਕੀ ਜੋ ਢੰਗ ਹੁੰਦਾ ਹੈ, ਉਹ ਇਹੀ ਹੈ ਕਿ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਚੱਲੀਏ, ਆਪਣੇ ਜੀਵਨ ਨੂੰ ਐਸਾ ਬਣਾਈਏ ਜਿਹਦੇ ਵਿੱਚ ਅਸੀਂ ਉਹਨੂੰ ਭਾ ਜਾਈਏ, ਉਹਨੂੰ ਚੰਗੇ ਲੱਗਣ ਲੱਗ ਜਾਈਏ। ਤਾਂ ਦੋ ਗੱਲਾਂ ਸਾਨੂੰ ਸਪਸ਼ਟ ਹੋ ਗਈਆਂ ਕਿ ਇੱਕ ਤਾਂ ਅਸੀਂ ਆਪਣੇ ਜੀਵਨ ਨੂੰ ਉਹੋ ਜਿਹਾ ਬਣਾਉਣਾ ਹੈ ਕਿ ਅਕਾਲ ਪੁਰਖ ਦੀਆਂ ਨਜ਼ਰਾਂ ਵਿੱਚ ਅਸੀਂ ਚੰਗੇ ਬਣੀਏ, ਉਹ ਸਾਨੂੰ ਚੰਗਾ ਸਮਝਣ ਲੱਗ ਜਾਏ, ਪਿਆਰ ਕਰਨ ਲੱਗ ਜਾਏ। ਤੇ ਦੂਜਾ ਇਹ ਕਿ ਜਦੋਂ ਅਸੀਂ ਉਹਦੇ ਗੁਣ ਵੀ ਗਾਣੇ ਹਨ, ਉਹ ਕੋਈ ਹੱਠ ਦੇ ਨਾਲ ਨਹੀਂ ਅਸੀਂ ਗਾ ਸਕਦੇ, ਆਪਣੇ ਬਲ ਜ਼ੋਰ ਦੇ ਨਾਲ ਨਹੀਂ ਗਾ ਸਕਦੇ। ਗੁਣ ਗਾਏ ਤਾਂ ਹੀ ਪ੍ਰਵਾਨ ਹਨ ਜੇ ਉਹ ਭਗਤ ਰਸਾਲੇ ਵਾਲੀ ਅਵਸਥਾ ਵਿੱਚ ਹੋਵੇ। ਭਾਵ ਗੁਣ ਗਾਣ ਦਾ ਜਿਹੜਾ ਐਸੈਂਸ਼ੀਅਲ ਐਲੀਮੈਂਟ ਹੈ ਉਹ ਪ੍ਰਭੂ ਦੇ ਨਾਲ ਪ੍ਰੇਮ ਹੈ। ਪ੍ਰੇਮ ਦੇ ਹੁੰਦਿਆਂ ਸਾਨੂੰ ਹੋਰ ਕਿਸੇ ਗਿਣਤੀ ਮਿਣਤੀ ਜੁਗਤ ਦੀ ਜਾਂ ਢੰਗ ਦੀ ਜਾਂ ਸਮਾਧੀਆਂ ਲਾਉਣ ਦੀਆਂ ਤਕਨੀਕਾਂ ਦੀ, ਮੰਤਰ ਉਚਾਰਨ ਦੀਆਂ, ਮਿਊਜ਼ਿਕ ਦੀ, ਨਾਦਾਂ ਦੀ ਜਾਂ ਕਿਸੇ ਚੀਜ਼ ਦੀ ਹੋਰ ਲੋੜ ਨਹੀਂ। ਲੋੜ ਕੇਵਲ ਪ੍ਰੇਮ ਦੀ ਹੈ, ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਤੇ ਸਤਿਗੁਰੂ ਕਹਿੰਦੇ ਹਨ ਕਿ ਇਸ ਢੰਗ ਦੇ ਨਾਲ ਅਨੇਕਾਂ ਜੋ ਤੇਰੇ ਭਗਤ ਹਨ ਉਹ ਗਾ ਰਹੇ। ਤੋ ਅੰਤ ਦੇ ਵਿੱਚ ਜਾ ਕੇ ਸਤਿਗੁਰੂ ਜੀ ਫੇਰ ਇਸ ਬਾਣੀ ਦੇ ਇਸ ਸ਼ਬਦ ਦੇ ਵਿੱਚ ਅਖੀਰ ਦੇ ਉੱਤੇ ਜੋ ਸਾਨੂੰ ਸਮਝਾਉਂਦੇ ਹਨ ਕਿ ਸਭ ਤੋਂ ਉੱਪਰ ਜੋ ਹੈ ਉਹ ਉਸ ਅਕਾਲ ਪੁਰਖ ਦਾ ਹੁਕਮ ਹੈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ। ਤੋ ਸਤਿਗੁਰੂ ਜੀ ਨੇ ਗੁਣ ਗਾਉਣ ਦੀ ਗੱਲ ਸ਼ੁਰੂ ਕੀਤੀ ਤੇ ਅੰਤਲੀਆਂ ਦੋ ਪੰਕਤੀਆਂ ਦੇ ਵਿੱਚ ਹੁਕਮ ਦੀ ਗੱਲ ਕਰ ਰਹੇ ਆ ਕਿ ਐਸਾ ਸਰਬ ਉੱਚ ਪ੍ਰਭੂ ਜਿਸ ਦਾ ਹੁਕਮ ਵੀ ਸਰਬ ਉੱਚ ਹੈ, ਉਸ ਦੀ ਰਜ਼ਾ ਵਿੱਚ ਹੀ ਚੱਲਣਾ ਬਣਦਾ ਹੈ, ਨਾਨਕ ਰਹਿਣ ਰਜਾਈ। ਸੋ ਦੋ ਮੁੱਖ ਉਪਦੇਸ਼ ਹਨ ਕਿ ਅਸੀਂ ਉਸ ਦੇ ਗੁਣ ਗਾਉਣੇ ਹਨ ਔਰ ਉਹਦੇ ਹੁਕਮ ਦੇ ਵਿੱਚ ਚੱਲਣਾ ਹੈ। ਤੋ ਅਸਲ ਦੇ ਵਿੱਚ ਅਸੀਂ ਕਹਿ ਤਾਂ ਸਕਦੇ ਹਾਂ ਕਿ ਇਹ ਦੋ ਉਪਦੇਸ਼ ਹਨ। ਪਹਿਲਾਂ ਸਤਿਗੁਰੂ ਜੀ ਨੇ ਗੁਣ ਗਾਉਣ ਦਾ ਉਪਦੇਸ਼ ਦਿੱਤਾ ਹੈ, ਫਿਰ ਉਸ ਦੇ ਹੁਕਮ ਦਾ, ਸਰਬ ਉੱਚ ਹੁਕਮ ਦਾ ਜੋ ਉਪਦੇਸ਼ ਦਿੱਤਾ ਹੈ ਕਿ ਉਹ ਹੁਕਮ ਜਿਹਦੇ ਵਿੱਚ ਕਿਸੇ ਦੀ ਦਖਲ ਅੰਦਾਜ਼ੀ ਨਹੀਂ ਹੋ ਸਕਦੀ। ਤੋ ਸਤਿਗੁਰਾਂ ਨੇ ਦੋ ਉਪਦੇਸ਼ ਜਿਹੜੇ ਦਿੱਤੇ ਹਨ, ਇਹਨਾਂ ਨੂੰ ਜੇ ਦੇਖਿਆ ਜਾਵੇ ਤੇ ਅਸਲ ਵਿੱਚ ਇੱਕੋ ਹੀ ਉਪਦੇਸ਼ ਦੇ ਦੋ ਪੱਖ ਹਨ। ਇਹ ਕੋਈ ਵੱਖਰੇ ਵੱਖਰੇ ਉਪਦੇਸ਼ ਨਹੀਂ, ਕਿਉਂਕਿ ਰਜ਼ਾ ਵਿੱਚ ਰਹਿਣਾ ਹੀ ਗੁਣ ਗਾਉਣਾ ਹੈ। ਗੁਣ ਗਾਉਣਾ ਵੀ ਤਾਂ ਹੀ ਮੁਮਕਿਨ ਹੈ ਜੇ ਅਸੀਂ ਰਜ਼ਾ ਦੇ ਵਿੱਚ ਰਹਿੰਦੇ ਹਾਂ, ਕਿਉਂਕਿ ਉਹਨੂੰ ਭਾ ਨਹੀਂ ਸਕਦੇ ਉਦੋਂ ਤੱਕ ਜਦੋਂ ਤੱਕ ਅਸੀਂ ਉਹਦੇ ਹੁਕਮ ਦੇ ਵਿੱਚ ਨਹੀਂ ਚੱਲਦੇ, ਆਪਣੇ ਜੀਵਨ ਨੂੰ ਉਹਦੇ ਹੁਕਮ ਦੇ ਅਨੁਸਾਰ ਹੀ ਨਹੀਂ ਬਣਾਉਂਦੇ। ਤੋ ਇਹ ਦੋਨੋਂ ਪੱਖ ਹਨ, ਗੁਣ ਗਾਉਣ ਦੇ ਤੇ ਰਜ਼ਾ ਦੇ, ਜਿਹੜੇ ਸਤਿਗੁਰੂ ਜੀ ਨੇ ਸਾਨੂੰ ਪਹਿਲੇ ਸ਼ਬਦ ਦੇ ਵਿੱਚ ਸਾਨੂੰ ਸਮਝਾਏ ਹਨ ਕਿ ਭਾਈ ਇੱਕ ਉਸ ਅਕਾਲ ਪੁਰਖ ਦੇ ਨਾਲ ਅਸੀਂ ਜੁੜਨਾ ਹੈ, ਉਹਦਾ ਗੁਣ ਗਾਉਣਾ ਹੈ, ਪਰ ਗੁਣ ਗਾਉਣ ਲਈ ਅਸੀਂ ਆਪਣੇ ਜੀਵਨ ਨੂੰ ਉਹਦੀ ਰਜ਼ਾ ਦੇ ਵਿੱਚ, ਹੁਕਮ ਦੇ ਵਿੱਚ ਪਰੋ ਕੇ ਰੱਖਣਾ, ਉਹਦੇ ਹੁਕਮ ਦੇ ਵਿੱਚ ਚੱਲਣਾ ਹੈ, ਤਾਂ ਕਿ ਅਸੀਂ ਉਸ ਦੇ ਹੁਕਮ ਦੇ ਵਿੱਚ ਚੱਲਦਿਆਂ ਹੋਇਆ ਚੱਲਣ ਨਾਲ ਹੀ ਇਸ ਗੱਲ ਲਈ ਐਲੀਜੀਬਲ ਹੋ ਸਕੀਏ ਕਿ ਅਸੀਂ ਸਾਡੇ ਗਾਏ ਗੁਣ ਉਸ ਪ੍ਰਭੂ ਨੂੰ ਪ੍ਰਵਾਨ ਹੋਣ, ਅਸੀਂ ਉਹਨੂੰ ਚੰਗੇ ਲੱਗੀਏ। ਤੋ ਇਸ ਤੋਂ ਅੱਗੇ ਚੱਲੀਏ ਜੀ। ਅਗਲਾ ਸ਼ਬਦ ਜੋ ਹੈ, ਜਿਸ ਦੀ ਪਹਿਲੀ ਪੰਕਤੀ ਹੈ, ਸੁਣ ਵੱਡਾ ਆਖੈ ਸਭ ਕੋਈ। ਹੁਣ ਸਤਿਗੁਰੂ ਜੀ ਕਹਿੰਦੇ ਹਨ ਕਿ ਅਸੀਂ ਪਹਿਲਾਂ ਇਹ ਗੱਲ ਕੀਤੀ ਕਿ ਅਕਾਲ ਪੁਰਖ ਸਭ ਤੋਂ ਵੱਡਾ ਹੈ, ਬਾਕੀ ਸਭ ਉਹਦੇ ਦਰ ਦੇ ਮੰਗਤੇ ਹਨ, ਉਹਦੇ ਹੁਕਮ ਵਿੱਚ ਚੱਲਣ ਵਾਲੇ ਹਨ, ਉਹਦੇ ਦਰ ਤੇ ਖੜੇ ਗੁਣ ਗਾ ਰਹੇ ਹਨ, ਪਰ ਉਹ ਹੈ ਕਿੰਨਾ ਕੁ ਵੱਡਾ? ਇਹ ਸਵਾਲ ਸਾਡੇ ਮਨ ਦੇ ਵਿੱਚ ਪੈਦਾ ਹੋ ਸਕਦਾ ਹੈ। ਤਾਂ ਸਤਿਗੁਰੂ ਜੀ ਨੇ ਪਹਿਲਾਂ ਤੇ ਸਾਨੂੰ ਇਹ ਸਮਝਾਇਆ ਹੈ ਕਿ ਉਹ ਬਹੁਤ ਵੱਡਾ ਹੈ, ਪਰ ਇਸ ਗੱਲ ਦਾ ਅੰਦਾਜ਼ਾ ਲਾਉਣਾ ਵਿਅਰਥ ਹੈ। ਕਿਉਂ? ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਉਹ ਤਾਂ ਅਮਿਤ ਹੈ, ਉਹ ਬੇਅੰਤ ਹੈ। ਪ੍ਰਭੂ ਜੀ ਬੇਅੰਤ ਹਨ, ਉਹਨਾਂ ਨੂੰ ਅਸੀਂ ਮਿਣ ਸਕਦੇ ਹੀ ਨਹੀਂ, ਚਾਹੇ ਅਸੀਂ ਕਿੰਨਾ ਹਿਸਾਬ ਲਗਾ ਲਈਏ। ਤੇ ਅੱਗੇ ਵੀ ਸਤਿਗੁਰੂ ਕਹਿੰਦੇ ਹਨ ਕਿ ਜਿੰਨੇ ਮਰਜ਼ੀ ਵੱਡੀ ਵੱਡੀ ਸਮਝ ਵਾਲੇ ਮਨੁੱਖ ਆ ਜਾਣ, ਉਹ ਸਾਰੇ ਰਲ ਮਿਲ ਕੇ ਬੈਠ ਕੇ ਪ੍ਰਭੂ ਦੇ ਜੋ ਬੇਅੰਤਤਾ ਹੈ ਉਹਦੇ ਅੰਤ ਪਾਉਣ ਦੀ ਕੋਸ਼ਿਸ਼ ਕਰਨ, ਪਰ ਉਹ ਬਣ ਨਹੀਂ ਸਕਦੇ। ਉਹਨੂੰ ਕਿਸੇ ਹਿਸਾਬ ਦੇ ਨਾਲ ਉਹਦਾ ਹਿਸਾਬ ਨਹੀਂ ਲਗਾ ਸਕਦੇ, ਉਹਦੀ ਗਿਣਤੀ ਮਿਣਤੀ ਨਹੀਂ ਕਰ ਸਕਦੇ। ਕਾਰਨ ਸਪਸ਼ਟ ਹੈ ਕਿ ਇਹ ਸਾਰਾ ਕੁਝ ਕਰਨ ਵਾਲੇ ਬਹੁਤ ਛੋਟੇ ਹਨ ਤੇ ਪ੍ਰਭੂ ਜੀ ਬਹੁਤ ਵੱਡੇ ਹਨ। ਇਹ ਸਾਰੇ ਉਹਦੇ ਹੀ ਤਾਂ ਬਣਾਏ ਹੋਏ ਹਨ। ਇਹ ਜਿੰਨੀਆਂ ਉਹਨਾਂ ਵਿੱਚ ਖਾਸੀਅਤਾਂ ਹਨ, ਜਿੰਨੇ ਗੁਣ ਹਨ, ਉਹ ਗਿਣਤੀਆਂ ਗਿਣ ਸਕਦੇ ਹਨ, ਧਿਆਨ ਲਗਾ ਸਕਦੇ ਹਨ, ਗਿਆਨ ਬਹੁਤ ਹੈ।
ਇਹ ਸਾਰੀਆਂ ਚੀਜ਼ਾਂ ਅਕਾਲ ਪੁਰਖ ਤੋਂ ਹੀ ਤਾਂ ਪ੍ਰਾਪਤ ਹੋਈਆਂ ਨੇ। ਤੋ ਅਸੀਂ ਉਹਦੀਆਂ ਵਰਤੀਆਂ ਦਾਤਾਂ ਨੂੰ ਵਰਤ ਕੇ ਉਹਨੂੰ ਕਿਸੇ ਮਿਣਤੀ ਗਿਣਤੀ ਹਿਸਾਬ ਕਿਤਾਬ ਵਿੱਚ ਕਿਵੇਂ ਲੈ ਸਕਦੇ ਹਾਂ? ਤੋ ਸਤਿਗੁਰੂ ਕਹਿੰਦੇ ਹਨ ਕਿ ਇਹ ਕੰਮ ਜਿਹੜੇ ਹਨ ਉਹ ਪ੍ਰਭੂ ਦਾ ਪ੍ਰੇਮ ਕਰਨ ਵਾਲੇ ਜੋ ਲੋਕ ਹਨ ਉਹਨਾਂ ਦੇ ਨਹੀਂ ਹਨ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਉਹਦੇ ਨਾਲ ਪ੍ਰੇਮ ਕਰਨ ਵਾਲੇ ਦਾ ਕੰਮ ਉਹਨੂੰ ਕਿਸੇ ਗਿਣਤੀ ਮਿਣਤੀ ਵਿੱਚ ਬੰਨਣ ਵਾਲਾ ਕੰਮ ਨਹੀਂ। ਉਹਦਾ ਕੰਮ ਕੀ ਹੈ? ਉਹਦਾ ਕੰਮ ਹੈ ਉਹਦੇ ਗੁਣ ਗਾਉਣੇ। ਵੱਡੇ ਮੇਰੇ ਸਾਹਿਬਾ ਕਹਿਰ ਗੰਭੀਰਾ ਗੁਣੀ ਗਹੀਰਾ। ਤਾਂ ਉਹਦੇ ਗੁਣਾਂ ਨੂੰ ਚੇਤੇ ਕਰਨਾ ਇਹ ਸਾਡਾ ਕੰਮ ਹੈ। ਇਹ ਇਸ ਸ਼ਬਦ ਦਾ ਮੁੱਖ ਮੈਸੇਜ ਜੋ ਸਤਿਗੁਰਾਂ ਨੇ ਸਾਨੂੰ ਦਿੱਤਾ ਹੈ, ਇਹ ਮੁੱਖ ਉਪਦੇਸ਼ ਹੈ ਕਿ ਉਸ ਦੇ ਗੁਣ ਗਾਉਣੇ ਹੀ ਬਣਦੇ ਹਨ। ਇਹ ਗਲਤੀ ਨਹੀਂ ਕਰਨੀ ਕਿ ਅਸੀਂ ਉਹਨੂੰ ਕਿਸੇ ਤਰੀਕੇ ਦੇ ਨਾਲ ਉਹਨੂੰ ਕਿਸੇ ਗਿਣਤੀ ਮਿਣਤੀ ਵਿੱਚ ਬੰਨ ਲਈ। ਔਰ ਗੁਣ ਗਾਣੇ ਕਿਉਂ ਬਣਦੇ ਹਨ? ਇਹ ਅੰਤਲੀਆਂ 3-4 ਪੰਕਤੀਆਂ ਦੇ ਵਿੱਚ ਸਤਿਗੁਰੂ ਜੀ ਨੇ ਸਮਝਾਇਆ ਹੈ ਸਾਨੂੰ ਕਿ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣਾ। ਭਾਵ ਪ੍ਰੇਮੀ ਦਾ ਗਣ ਤੇ ਉਸ ਪ੍ਰਭੂ ਦੇ ਪ੍ਰੇਮੀ ਦਾ ਕੰਮ ਉਹਦੇ ਗੁਣ ਗਾਉਣਾ ਹੈ, ਉਹਦੀ ਸਿਫਤ ਸਲਾਹ ਕਰਨੀ ਹੈ। ਕਿਉਂ? ਕਿਉਂਕਿ ਉਹਦੀ ਸਿਫਤਾਂ ਅਨੇਕ ਹਨ ਤੇ ਅਸੀਂ ਉਹਦੀ ਮਿਹਰ ਪ੍ਰਾਪਤ ਕਰਨੀ ਹੈ। ਅਸੀਂ ਉਹਦੀ ਮਿਹਰ ਦੇ ਪਾਤਰ ਬਣਨਾ ਹੈ। ਤੇ ਇਹ ਵੀ ਧਿਆਨ ਰੱਖਣਾ ਹੈ ਕਿ ਜੇ ਮਿਹਰ ਦੇ ਵੀ ਪਾਤਰ ਬਣਨਾ ਹੈ ਤੇ ਉਸ ਪ੍ਰਭੂ ਦੇ ਨਾਲ ਜੁੜ ਕੇ ਅਸੀਂ ਉਹਦੇ ਕੋਲੋਂ ਆਪਣੇ ਜੀਵਨ ਨੂੰ ਚੰਗਾ ਬਣਾਉਣ ਦੀ ਦਾਤ ਬਖਸ਼ਣੀ ਹੈ। ਕਿਉਂਕਿ ਉਹ ਬੇਅੰਤ ਗੁਣਾਂ ਦਾ ਮਾਲਕ ਵੀ ਹੈ ਤੇ ਉਹ ਸਾਡੇ ਜੀਵਨ ਨੂੰ ਸਵਾਰਨ ਵਾਲਾ ਵੀ ਹੈ। ਨਾਨਕ ਸੱਚ ਸਵਾਰਨ ਹਾਰਾ। ਜੋ ਕੁਝ ਸਾਨੂੰ ਪ੍ਰਾਪਤ ਹੋਣੇ ਹਨ ਗੁਣ ਉਸ ਅਕਾਲ ਪੁਰਖ ਤੋਂ ਹੋਣੇ ਹਨ। ਤੋ ਮੁੱਕਦੀ ਗੱਲ ਇਹ ਕਿ ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਪਹਿਲਾਂ ਉਪਦੇਸ਼ ਦਿੱਤਾ ਹੈ ਗੁਣ ਗਾਉਣੇ ਤੇ ਰਜ਼ਾ ਮੰਨਣ ਦੇ, ਤੇ ਹੁਣ ਸਤਿਗੁਰੂ ਜੀ ਕਹਿ ਰਹੇ ਹਨ ਕਿ ਉਹਦੇ ਗੁਣ ਗਾਉਣੇ ਹਨ ਤਾਂ ਕਿ ਸਾਡਾ ਜੀਵਨ ਜੋ ਹੈ ਉਹ ਸਵਰ ਜਾਏ, ਚੰਗਾ ਬਣ ਜਾਏ, ਇਹੋ ਜਿਹਾ ਬਣ ਜਾਏ ਕਿ ਸਾਡੇ ਵਿੱਚੋਂ ਉਹਨਾਂ ਦੇ ਗੁਣਾਂ ਦੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਏ ਤੇ ਅਸੀਂ ਉਹਨੂੰ ਚੰਗੇ ਲੱਗਣੇ ਸ਼ੁਰੂ ਹੋ ਜਾਈਏ। ਹੋਰ ਇਸ ਦਾ ਕੋਈ ਮਨੋਰਥ ਨਹੀਂ ਹੈ। ਅਸੀਂ ਗੁਣ ਗਾਉਣੇ ਹਨ ਤੇ ਸਿਰਫ ਇਸ ਕਰਕੇ ਗਾਉਣੇ ਹਨ ਕਿ ਅਸੀਂ ਉਸ ਪ੍ਰਭੂ ਦੇ ਦਰ ਦੇ ਉੱਤੇ ਕਬੂਲ ਹੋ ਜਾਈਏ। ਤਾਂ ਹੁਣ ਸਤਿਗੁਰੂ ਜੀ ਅੱਗੇ ਕਹਿੰਦੇ ਹਨ ਕਿ ਗੁਣ ਗਾਉਣ ਦੀ ਗੱਲ ਤਾਂ ਹੋ ਗਈ, ਪਰ ਅਸੀਂ ਗੁਣ ਹੁਣ ਗਾਉਣੇ ਕਿਵੇਂ ਹਨ? ਇਹ ਸਤਿਗੁਰੂ ਜੀ ਸਾਨੂੰ ਅਗਲੇ ਸ਼ਬਦ ਦੇ ਵਿੱਚ ਸਮਝਾ ਰਹੇ ਹਨ ਕਿ ਇਹਦੀ ਜੋ ਰਹਾਉ ਦੀ ਪੰਕਤੀ ਹੈ, ਸਤਿਗੁਰੂ ਕਹਿ ਰਹੇ ਹਨ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਹੈ। ਸਤਿਗੁਰੂ ਕਹਿੰਦੇ ਹਨ ਵੀ ਆਪਾਂ ਅਸੀਸ ਮੰਗੀਏ। ਇੱਥੇ ਸਤਿਗੁਰਾਂ ਨੇ ਮਾਏ ਦਾ ਸ਼ਬਦ ਵਰਤ ਕੇ ਮਾਤਾ ਵਾਸਤੇ ਵਰਤਿਆ ਹੈ। ਅਸੀਂ ਅਰਦਾਸ ਕਰੀਏ, ਅਸੀਸ ਮੰਗੀਏ ਕਿ ਸੋ ਕਿਉਂ ਵਿਸਰੇ, ਭਾਵ ਮੈਨੂੰ ਕਦੀ ਵਿਸਰੇ ਨਾ ਹੋ। ਤਾਂ ਫਿਰ ਉਹਨੂੰ ਯਾਦ ਕਿੱਦਾਂ ਕਰੀਏ? ਉਹਨੂੰ ਵਿਸਰਨ ਦਾ ਕੰਮ ਨਾ ਹੋਵੇ ਤਾਂ ਇਹਦਾ ਮਤਲਬ ਹੈ ਕਿ ਹਮੇਸ਼ਾ ਯਾਦ ਰਵੇ। ਤਾਂ ਉਹ ਸਤਿਗੁਰੂ ਜੀ ਕਹਿ ਰਹੇ ਹਨ ਕਿ ਉਹ ਮੈਨੂੰ ਵਿਸਰੇ ਨਾ, ਭਾਵ ਮੈਨੂੰ ਯਾਦ ਰਵੇ। ਕਿਵੇਂ? ਸਾਚਾ ਸਾਹਿਬ ਸਾਚਾ ਨਾਮ। ਉਸ ਦੇ ਨਾਮ ਦੇ ਰਾਹੀਂ, ਉਹਦੇ ਨਾਮ ਦੇ ਸਿਮਰਨ ਦੇ ਰਾਹੀਂ ਮੈਨੂੰ ਉਹ ਹਮੇਸ਼ਾ ਯਾਦ। ਤਾਂ ਹੁਣ ਸਤਿਗੁਰੂ ਜੀ ਨੇ ਇਸ ਸ਼ਬਦ ਦੇ ਵਿੱਚ ਸਾਨੂੰ ਇਹ ਦੱਸਿਆ ਹੈ ਕਿ ਬਾਰ-ਬਾਰ ਅਸੀਂ ਗੁਣ ਗਾਉਣ ਦੀ, ਉਹਨੂੰ ਯਾਦ ਕਰਨ ਦੀ ਗੱਲ ਕਰ ਰਹੇ ਹਾਂ ਤੇ ਇੱਥੇ ਸਤਿਗੁਰੂ ਜੀ ਕਹਿ ਰਹੇ ਹਨ ਕਿ ਅਸੀਂ ਉਹਨੂੰ ਯਾਦ ਰੱਖਣਾ ਹੈ ਸਾਚਾ ਨਾਏ। ਉਹਦਾ ਨਾਮ ਜਪ ਕੇ, ਨਾਮ ਸਿਮਰਨ ਦੇ ਰਾਹੀਂ ਉਸਨੂੰ ਯਾਦ ਕਰਨਾ ਹੈ, ਅਕਾਲ ਪੁਰਖ ਨੂੰ, ਜਿਹੜਾ ਸਾਚਾ ਸਾਹਿਬ ਹੈ, ਸਦਾ ਸਥਿਰ ਰਹਿਣ ਵਾਲਾ, ਸਾਡਾ ਸਾਰਿਆਂ ਦਾ ਮਾਲਕ ਹੈ। ਤੋ ਸਤਿਗੁਰੂ ਜੀ ਨੇ ਉਹਨੂੰ ਮਨ ਦੇ ਵਿੱਚ ਵਸਾਉਣ ਦਾ ਢੰਗ ਦੱਸ ਦਿੱਤਾ। ਕਿਉਂਕਿ ਜਦੋਂ ਅਸੀਂ ਵਿਸਰੈ ਦੀ ਗੱਲ ਕੀਤੀ ਤਾਂ ਵਿਸਰੈ ਕਿਸੇ ਚੀਜ਼ ਨੂੰ ਯਾਦ ਰੱਖਣਾ ਜਾਂ ਵਿਸਾਰਨਾ, ਇਹ ਸਾਡੇ ਮਨ ਦੀ ਕਿਰਿਆ ਹੈ, ਇਹ ਸਰੀਰ ਦੀ ਕਿਰਿਆ ਨਹੀਂ ਹੈ। ਤਾਂ ਸਰੀਰ ਦੀ ਕਿਰਿਆ ਵੱਧ ਤੋਂ ਵੱਧ ਸਾਡੇ ਇਸ ਕੰਮ ਦੇ ਵਿੱਚ ਮਨ ਨੂੰ ਮਦਦਗਾਰ ਹੋ ਸਕਦੀ ਹੈ। ਇਹ ਕੰਮ ਮਨ ਦਾ ਹੀ ਹੈ। ਜਦੋਂ ਅਸੀਂ ਯਾਦ ਰੱਖਦੇ ਹਾਂ ਤੇ ਇਹ ਵੀ ਮਨ ਦਾ ਕੰਮ ਹੈ, ਤੇ ਜਦੋਂ ਅਸੀਂ ਵਿਸਾਰਦੇ ਹਾਂ ਤੇ ਇਹ ਵੀ ਮਨ ਦਾ ਕੰਮ ਹੈ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਨਾਮ ਦਾ ਜੋ ਸਿਮਰਨ ਹੈ ਉਹ ਅਸੀਂ ਕਰਨਾ ਹੈ ਮਨ ਦੇ ਰਾਹੀਂ। ਤਾਂ ਮਨ ਦੇ ਵਿੱਚ ਜਦੋਂ ਤੱਕ ਅਕਾਲ ਪੁਰਖ ਦੀ ਯਾਦ ਨਹੀਂ ਹੈ
ਉਦੋਂ ਤੱਕ ਸਾਡਾ ਬਾਕੀ ਸਭ ਕੁਝ ਕੀਤਾ ਵਿਅਰਥ ਹੈ। ਮਨ ਦੇ ਰਾਹੀਂ ਅਸੀਂ ਅਕਾਲ ਪੁਰਖ ਨੂੰ ਯਾਦ ਕਰਨਾ ਹੈ। ਇਸੇ ਚੀਜ਼ ਨੂੰ ਹੀ ਸਿਮਰਨ ਕਿਹਾ ਹੈ। ਤੇ ਸਤਿਗੁਰੂ ਜੀ ਪਹਿਲੇ ਜੋ ਬੰਦ ਦੇ ਵਿੱਚ ਉਹਨਾਂ ਨੇ ਇੱਕ ਗੱਲ ਬੜੇ ਪ੍ਰੇਮ ਦੇ ਨਾਲ ਸਮਝਾ ਦਿੱਤੀ ਹੈ ਕਿ ਭਾਈ ਉਹਨੂੰ ਯਾਦ ਕਰਨ ਦਾ ਇੱਕੋ ਹੀ ਢੰਗ ਹੈ ਬੜਾ ਔਖਾ। ਸਤਿਗੁਰੂ ਕਹਿੰਦੇ ਹਨ ਉਹਨੂੰ ਯਾਦ ਕਰਨਾ, ਪਰ ਉਹ ਯਾਦ ਕਰਨ ਦਾ ਕੰਮ ਬੜਾ ਆਸਾਨ ਹੋ ਜਾਂਦਾ ਹੈ ਜੇ ਸੱਚੇ ਨਾਮ ਕੀ ਲਾਗੈ ਭੂਖ। ਭਾਵ ਜੇਕਰ ਅਕਾਲ ਪੁਰਖ ਦੇ ਨਾਮ ਦੀ, ਉਹਦੀ ਯਾਦ ਦੀ ਸਾਡੇ ਮਨ ਦੇ ਵਿੱਚ ਭੁੱਖ ਲੱਗ ਜਾਏ, ਭਾਵ ਸਾਨੂੰ ਪ੍ਰੇਮ ਹੋ ਜਾਏ ਉਹਦੇ। ਜਦੋਂ ਕਿਸੇ ਦੇ ਨਾਲ ਪ੍ਰੇਮ ਹੋ ਜਾਂਦਾ ਹੈ ਫਿਰ ਉਹਨੂੰ ਯਾਦ ਕਰਨਾ ਔਖਾ ਨਹੀਂ ਰਹਿ ਜਾਂਦਾ, ਫਿਰ ਉਹ ਆਪਣੇ ਆਪ ਯਾਦ ਆਉਂਦਾ ਰਹਿੰਦਾ ਹੈ। ਫਿਰ ਸਾਨੂੰ ਉਹਦੇ ਲਈ ਕੋਈ ਮਿਹਨਤ ਜਾਂ ਤਰੱਦਦ ਜਾਂ ਕੋਈ ਐਫਰਟ ਕਰਨ ਦੀ ਲੋੜ ਨਹੀਂ ਪੈਂਦੀ। ਤੇ ਦੂਜੀ ਗੱਲ ਸਤਿਗੁਰੂ ਕਹਿ ਰਹੇ ਹਨ ਕਿ ਅਸੀਂ ਮਤਲਬ ਮਨ ਦੇ ਵਿੱਚ ਭੁਲੇਖਾ ਨਹੀਂ ਰਹਿਣਾ ਕਿ ਅਸੀਂ ਉਸ ਤਰ੍ਹਾਂ ਗੁਣ ਨਹੀਂ ਗਾ ਰਹੇ ਉਹਦੇ ਅਕਾਲ ਪੁਰਖ। ਜਦੋਂ ਉਹਦੇ ਗੁਣਾਂ ਨੂੰ ਯਾਦ ਕਰ ਰਹੇ ਹਾਂ, ਜਿਵੇਂ ਅਸੀਂ ਦੁਨਿਆਵੀ ਤੌਰ ਦੇ ਉੱਤੇ ਕਿਸੇ ਦੇ ਗੁਣ ਗਾਉਂਦੇ ਹਾਂ, ਅਸੀਂ ਕਿਸੇ ਦੀ ਜਿਵੇਂ ਚਾਪਲੂਸੀਆਂ ਕਰਦੇ ਹਾਂ, ਕਿਉਂਕਿ ਅਕਾਲ ਪੁਰਖ ਤੇ ਇਹਨਾਂ ਚੀਜ਼ਾਂ ਤੋਂ ਬਹੁਤ ਉੱਚਾ ਹੈ। ਉਹਨੂੰ ਨਾ ਤਾਂ ਸਾਡੇ ਗੁਣ ਗਾਉਣ ਦੇ ਨਾਲ ਉਹਨੂੰ ਕੋਈ ਵਾਧਾ ਹੋਣਾ ਹੈ, ਤੇ ਨਾ ਗੁਣ ਨਾ ਗਾਉਣ ਦੇ ਨਾਲ ਜਾਂ ਉਹਦੀ ਨਿੰਦਾ ਕਰਨ ਦੇ ਨਾਲ ਕੋਈ ਘਾਟਾ ਹੋਣਾ ਹੈ। ਵੱਡਾ ਨਾ ਹੋਵੇ, ਘਾਟ ਨਾ ਜਾਏ। ਤੇ ਜੇ ਅਕਾਲ ਪੁਰਖ ਨੂੰ ਫਰਕ ਹੀ ਨਹੀਂ ਪੈਣਾ ਸਾਡੇ ਗੁਣ ਗਾਉਣ ਦੇ ਨਾਲ, ਤਾਂ ਫਿਰ ਅਸੀਂ ਗੁਣ ਕਿਉਂ ਗਾਉਣੇ ਹਨ? ਇਹ ਸਾਡੇ ਮਨ ਦੇ ਵਿੱਚ ਸਵਾਲ ਪੈਦਾ ਹੁੰਦਾ ਹੈ। ਅਸੀਂ ਗੁਣ ਇਸ ਕਰਕੇ ਗਾਉਣੇ ਹਨ ਕਿ ਅਸੀਂ ਅਕਾਲ ਪੁਰਖ ਦੇ ਗੁਣਾਂ ਦੀ ਖੁਸ਼ਬੂ ਆਪਣੇ ਅੰਦਰ ਪੈਦਾ ਕਰਨੀ। ਅਸੀਂ ਇਸ ਗੱਲ ਕੇ ਗਾਉਣੇ ਹਨ ਕਿ ਅਸੀਂ ਅਕਾਲ ਪੁਰਖ ਨਾਲ ਜੁੜ ਕੇ ਹੀ ਆਪਣਾ ਜੀਵਨ ਸਵਾਰ ਸਕਦੇ। ਤੇ ਅੰਤ ਵਿੱਚ ਸਤਿਗੁਰੂ ਜੀ ਸਾਨੂੰ ਥੋੜੇ ਜਿਹੇ ਸਖਤ ਲਫ਼ਜ਼ ਵਰਤ ਕੇ ਸਮਝਾ ਰਹੇ ਹਨ, ਸੁਚੇਤ ਕਰ ਰਹੇ ਹਨ ਕਿ ਭਾਈ ਉਸ ਅਕਾਲ ਪੁਰਖ ਦੇ ਨਾਮ ਨਾਲ ਜੁੜਨਾ ਹੀ ਸਾਡੇ ਜੀਵਨ ਦਾ ਮਨੋਰਥ ਹੈ। ਜੇ ਅਸੀਂ ਉਹਦੇ ਨਾਲ ਨਹੀਂ ਜੁੜਦੇ ਤਾਂ ਇਉਂ ਸਮਝ ਲਓ ਅਸੀਂ ਬੜੀ ਨੀਵੀਂ ਕਿਸਮ ਦੇ ਜਾਂ ਬੜੀ ਨੀਵੀਂ ਜ਼ਾਤ ਦੇ ਬੰਦੇ। ਕਮਜ਼ਾਤ ਸਤਿਗੁਰਾਂ ਨੇ ਕਿਹਾ ਹੈ ਕਿ ਜਿਹੜਾ ਉਸ ਅਕਾਲ ਪੁਰਖ ਦੇ ਨਾਲ ਨਹੀਂ ਜੁੜਦਾ, ਉਹ ਹੀ ਸਤਿਗੁਰਾਂ ਨੇ ਕਿਹਾ ਹੈ ਕਿ ਨੀਵੀਂ ਜ਼ਾਤ ਤਾਂ ਉਸੇ ਦੀ ਹੀ ਹੈ। ਜਿਹੜਾ ਉਹਦੇ ਨਾਲ ਜੁੜਦਾ ਹੈ ਉਹਦੀ ਤਾਂ ਜ਼ਾਤ ਬੜੀ ਉੱਚੀ ਹੈ। ਹੁਣ ਇਹ ਸਾਨੂੰ ਸਮਝਾਉਣ ਦਾ ਢੰਗ ਹੈ ਕਿ ਭਾਈ ਉਸ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜੋ, ਅਕਾਲ ਪੁਰਖ ਦੇ ਨਾਲ ਜੁੜ ਕੇ ਉਹਦੇ ਗੁਣ ਗਾਓ, ਨਾਮ ਦਾ ਸਿਮਰਨ ਕਰੋ। ਜੇ ਅਸੀਂ ਨਾਮ ਦਾ ਸਿਮਰਨ ਨਹੀਂ ਕਰਦੇ ਤਾਂ ਫਿਰ ਦੁਬਾਰਾ ਸਤਿਗੁਰੂ ਕਹਿ ਰਹੇ ਹਨ ਕਿ ਨਾਨਕ ਨਾਵੈ ਬਾਝ ਸਨਾਤ। ਭਾਵ ਜਿਹੜਾ ਨਾਮ ਨਹੀਂ ਜਪਦਾ ਉਹ ਨੀਵੀਂ ਜਾਤ ਦਾ ਹੈ। ਜਿਹੜਾ ਖਸਮ ਨੂੰ ਵਿਸਾਰਦਾ ਹੈ, ਨਾਮ ਨੂੰ ਨਹੀਂ ਜਪਦਾ, ਨਾਮ ਸਿਮਰਨ ਨਹੀਂ ਕਰਦਾ, ਉਹ ਨੀਵੀਂ ਜਾਤ ਦਾ ਹੈ। ਤੋ ਇਉਂ ਸਤਿਗੁਰੂ ਜੀ ਅਕਾਲ ਪੁਰਖ ਦੇ ਨਾਲ ਜੋੜ ਕੇ, ਉਹਦੇ ਗੁਣਾਂ ਦੇ ਨਾਲ ਜੋੜ ਕੇ, ਹੁਣ ਸਤਿਗੁਰੂ ਜੀ ਨੇ ਸਿੱਧਾ ਉਪਦੇਸ਼ ਦਿੱਤਾ, ਸਾਨੂੰ ਸਮਝਾ ਦਿੱਤਾ ਕਿ ਉਸ ਅਕਾਲ ਪੁਰਖ ਦੇ ਨਾਲ ਜੁੜਨ ਦਾ ਜੋ ਢੰਗ ਹੈ, ਉਸ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਕੇ ਹੈ। ਸੱਚਾ ਸਾਹਿਬ ਸੱਚ ਹੈ। ਤੇ ਇਸ ਤੋਂ ਅੱਗੇ ਜਿਹੜਾ ਚੌਥਾ ਸ਼ਬਦ ਹੈ, ਰਾਗ ਗੁਜਰੀ ਮਹਿਲਾ ਚੌਥਾ, ਉਹਦੇ ਸਤਿਗੁਰੂ ਜੀ ਜਿਹੜੀ ਰਹਾਉ ਦੀ ਪੰਕਤੀ ਹੈ, ਉਹਦੇ ਸਤਿਗੁਰੂ ਜੀ ਕੀ ਸਿੱਖਿਆ ਦੇ ਰਹੇ ਹਨ? ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਰਹਾਉ। ਹੁਣ ਸਤਿਗੁਰੂ ਜੀ ਕਹਿ ਰਹੇ ਹਨ ਕਿ ਮੈਨੂੰ ਪ੍ਰਭੂ ਦੇ ਨਾਮ ਦਇਆ ਪ੍ਰਗਾਸ ਬਖਸ਼, ਰਾਮ ਦੇ ਨਾਮ ਦਾ ਪ੍ਰਗਾਸ ਬਖਸ਼। ਇਹ ਬੇਨਤੀ ਕਰ ਰਹੇ ਹਨ ਗੁਰੂ ਅੱਗੇ, ਸਾਨੂੰ ਜਾਚ ਸਿਖਾ ਰਹੇ ਹਨ ਕਿ ਅਸੀਂ ਗੁਰੂ ਤੋਂ ਨਾਮ ਦੀ ਦਾਤ ਮੰਗਣੀ ਹੈ, ਕਿਉਂਕਿ ਇਹ ਜਿਹੜਾ ਨਾਮ ਹੈ ਉਸ ਪ੍ਰਭੂ ਦਾ ਨਾਮ ਹੈ, ਇਹ ਮੇਰਾ ਪ੍ਰਾਨ ਸਿਖਾਈ ਹੈ। ਪ੍ਰਾਨ ਸਿਖਾਈ ਦਾ ਭਾਵ ਹੈ ਕਿ ਮੇਰੀ ਜਿੰਦ ਦਾ ਮਿੱਤਰ ਹੈ, ਮੇਰੀ ਜਾਨ ਦਾ ਸਾਥੀ ਹੈ। ਔਰ ਹਰ ਕੀਰਤ ਹਮਰੀ ਰਹਿਰਾਸ। ਰਹਿਰਾਸ ਦਾ ਅਰਥ ਹੁੰਦਾ ਹੈ ਜਿਵੇਂ ਅਸੀਂ ਘਰੋਂ ਨਿਕਲਦੇ ਹਾਂ ਸਫ਼ਰ ਤੇ, ਰਸਤੇ ਵਿੱਚ ਖਰਚੇ ਵਾਸਤੇ, ਲੋੜ ਵਾਸਤੇ ਅਸੀਂ ਨਾਲ ਕੁਝ ਪੂੰਜੀ ਲੈ ਕੇ ਚੱਲਦੇ ਹਾਂ। ਸਤਿਗੁਰੂ ਕਹਿੰਦੇ ਹਨ ਇਹ ਉਹ ਪੂੰਜੀ ਹੈ ਜਿਹਨੇ ਸਾਨੂੰ ਪ੍ਰਭੂ ਦੇ ਦਰ ਤੇ ਲੈ ਕੇ ਜਾਣਾ ਹੈ। ਇਹ ਸਾਡੇ ਜੀਵਨ ਦੀ ਪੂੰਜੀ ਹੈ, ਜਿਹਦੇ ਸਹਾਰੇ ਅਸੀਂ ਇਹ ਜੀਵਨ ਜੋ ਪੂਰਾ ਹੈ ਉਹ ਜਿਉਣਾ ਹੈ ਇਸ ਢੰਗ ਦੇ ਨਾਲ ਕਿ ਸਾਡਾ ਇਹ ਜੀਵਨ ਦਾ ਸਫ਼ਰ ਸਾਨੂੰ ਕਦੇ ਕਿਸੇ ਚੀਜ਼ ਦੀ ਤੋਟ ਨਾ ਆਵੇ, ਸਾਨੂੰ ਕਦੇ ਕਿਸੇ ਚੀਜ਼ ਦਾ ਘਾਟਾ ਨਾ ਮਹਿਸੂਸ ਹੋਵੇ।
ਜਿਵੇਂ ਇੱਕ ਅਮੀਰ ਆਦਮੀ ਸਫ਼ਰ ਕਰਦਾ ਹੈ ਤੇ ਉਹਨੂੰ ਕੋਈ ਚਿੰਤਾ ਨਹੀਂ ਹੁੰਦੀ ਕਿ ਮੇਰਾ ਰਸਤੇ 'ਚ ਖਰਚਾ ਮੈਂ ਕਿੱਥੋਂ ਕਰਨਾ ਹੈ। ਸਾਡਾ ਜੋ ਜੀਵਨ ਹੈ, ਜਿਹੜਾ ਅਸੀਂ ਇਸ ਜਗਤ ਦੇ ਵਿੱਚ ਬਿਤਾਉਣਾ ਹੈ, ਸਾਡੇ ਖਰਚੇ ਦੀ ਪੂੰਜੀ ਸਤਿਗੁਰੂ ਕਹਿ ਰਹੇ ਹਨ ਉਸ ਅਕਾਲ ਪੁਰਖ ਦਾ ਨਾਮ ਹੈ, ਨਾਮ ਦਾ ਸਿਮਰਨ ਹੈ। ਇਹੀ ਸਾਡਾ ਪ੍ਰਾਣ ਸਿਖਾਈ ਹੈ, ਇਹਦੇ ਸਹਾਰੇ ਹੀ ਅਸੀਂ ਇਹ ਜੀਵਨ ਜੀਣਾ। ਤਾਂ ਸਤਿਗੁਰੂ ਕਹਿ ਰਹੇ ਹਨ ਕਿ ਇਹ ਜੋ ਮਤਲਬ ਹੈ ਨਾਮ ਦੀ ਮਹਿਮਾ ਹੈ, ਅਸੀਂ ਉਹ ਕਹਿ ਲਈਏ ਕਿ ਇਸ ਨਾਮ ਦੇ ਆਸਰੇ ਹੀ ਸਾਡਾ ਜੀਵਨ ਜਿਉਣਾ ਹੈ, ਇਸ ਤੋਂ ਬਿਨਾਂ ਸਾਡਾ ਜੀਵਨ ਨਹੀਂ ਜੀਣਾ। ਤਾਂ ਸਤਿਗੁਰੂ ਕਹਿੰਦੇ ਹਨ ਕਿ ਇਹਦੇ ਵਾਸਤੇ ਵੀ ਸਤਿਗੁਰਾਂ ਨੇ ਅੱਗੇ ਦੂਜੇ ਜੋ ਪਦਾ ਹੈ ਉਹਦੇ ਵਿੱਚ ਫੇਰ ਸਤਿਗੁਰਾਂ ਨੇ ਉਹੀ ਗੱਲ ਜਿਹੜੀ ਪਹਿਲੇ ਇੱਕ ਸ਼ਬਦ ਦੇ ਵਿੱਚ ਸਾਨੂੰ ਸਾਚੇ ਨਾਮ ਕੀ ਲਾਗੈ ਭੂਖ ਕਹਿ ਕੇ ਸਾਨੂੰ ਸਮਝਾਈ ਹੈ, ਇੱਥੇ ਵੀ ਸਤਿਗੁਰਾਂ ਨੇ ਇਹੀ ਗੱਲ ਕਹੀ ਹੈ ਕਿ ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਅਕਾਲ ਪੁਰਖ ਦੇ ਵਾਸਤੇ, ਉਹਦੇ ਨਾਮ ਦੇ ਵਾਸਤੇ ਪਿਆਸ, ਅੱਗੇ ਸਤਿਗੁਰਾਂ ਨੇ ਭੁੱਖ ਦੀ ਗੱਲ ਕੀਤੀ ਸੀ, ਹੁਣ ਪਿਆਸ ਦੀ ਗੱਲ ਕੀਤੀ ਹੈ। ਅਰਥ ਦੋਵਾਂ ਦਾ ਇੱਕੋ ਹੀ ਹੈ। ਜਦੋਂ ਸਾਡੇ ਮਨ ਦੇ ਵਿੱਚ ਪ੍ਰੇਮ ਪੈਦਾ ਹੋ ਗਿਆ, ਸਾਡੇ ਮਨ ਦੇ ਵਿੱਚ ਅਕਾਲ ਪੁਰਖ ਵਾਸਤੇ ਤਾਂਘ ਪੈਦਾ ਹੋ ਗਈ, ਸਾਡੀ ਲੋੜ ਬਣ ਗਈ ਅਕਾਲ ਪੁਰਖ ਦੇ ਨਾਲ ਜੁੜਨ ਦੀ, ਤਾਂ ਫਿਰ ਨਾਮ ਜਪਣ ਦੇ ਵਿੱਚ ਹਰ ਹਰ ਨਾਮ ਮਿਲੈ ਤ੍ਰਿਪਤਸ, ਫਿਰ ਉਸ ਤੋਂ ਬਿਨਾਂ ਹੀ ਤਸੱਲੀ ਨਹੀਂ ਹੋਣੀ, ਉਹ ਅਵਸਥਾ ਆ ਜਾਣੀ। ਕਿੱਥੇ ਤਾਂ ਸਾਡੇ ਮਨ ਦੀ ਅਵਸਥਾ ਨੂੰ ਸਤਿਗੁਰਾਂ ਨੇ ਪਹਿਲਾਂ ਬਿਆਨ ਕੀਤਾ ਕਿ ਆਖਣ ਔਖਾ ਸਾਚਾ ਨਾਮ। ਹੁਣ ਸਤਿਗੁਰੂ ਜੀ ਕਹਿ ਰਹੇ ਹਨ ਕਿ ਹਰ ਹਰ ਨਾਮ ਮਿਲੈ ਤ੍ਰਿਪਤਸ, ਭਾਵ ਸਾਨੂੰ ਚੈਨ ਹੀ ਤਾਂ ਪੈਣਾ ਹੈ ਜਦੋਂ ਸਤਿਗੁਰੂ ਦੇ ਅਕਾਲ ਪੁਰਖ ਦੇ ਨਾਮ ਦੇ ਨਾਲ ਅਸੀਂ ਜੁੜਾਂਗੇ, ਵਾਹਿਗੁਰੂ ਦੇ ਨਾਮ ਦੇ ਨਾਲ। ਪਰ ਨਾਲ ਇੱਥੇ ਸਤਿਗੁਰਾਂ ਨੇ ਜਿਹੜੀ ਗੱਲ ਸਮਝਾਈ ਹੈ ਉਹ ਆਖਰੀ ਹਿੱਸੇ ਦੇ ਵਿੱਚ ਹੈ, ਮਿਲ ਸੰਗਤ ਗੁਣ ਪ੍ਰਗਾਸ। ਇਹ ਜੋ ਹੈ ਇਹ ਸਾਨੂੰ ਦਾਤ ਦੀ ਪ੍ਰਾਪਤੀ, ਇਹ ਪ੍ਰਗਾਸ, ਇਹ ਗੁਣਾਂ ਦਾ ਪ੍ਰਕਾਸ਼ ਕਿੱਥੋਂ ਹੋਣਾ ਹੈ? ਉਹ ਭਲੇ ਪੁਰਸ਼ਾਂ ਦੀ ਸੰਗਤ ਦੇ ਵਿੱਚ ਜਾ ਕੇ ਹੋਣਾ, ਉਸ ਤੋਂ ਬਿਨਾਂ ਨਹੀਂ ਹੋਣਾ। ਕਿਉਂਕਿ ਜੋ ਸੰਗਤ ਦੇ ਵਿੱਚ ਮਿਲਣਾ ਹੈ ਉਹ ਹੋਰ ਕਿਤੋਂ ਨਹੀਂ ਮਿਲ ਸਕਦਾ। ਜੋ ਬਾਕੀ ਬਾਹਰ ਮਿਲਣਾ ਬੜਾ ਔਖਾ ਹੁੰਦਾ ਹੈ, ਅਸੀਂ ਜਦੋਂ ਸੰਗਤ ਚੰਗੀ ਮਿਲ ਜਾਂਦੀ ਹੈ ਉਹੀ ਕੰਮ ਸੌਖੇ ਹੋ ਜਾਂਦੇ ਹਨ। ਤੇ ਇਹੀ ਗੱਲ ਸਤਿਗੁਰੂ ਅਗਲੇ ਸਾਰੇ ਪੈਰਾਗ੍ਰਾਫ ਦੇ ਵਿੱਚ, ਸਾਰੇ ਪਦਿਆਂ ਦੇ ਵਿੱਚ ਰਿਪੀਟ ਕਰ ਰਹੇ ਹਨ ਕਿ ਜਿਹੜਾ ਸਤਿਗੁਰੂ ਦੀ ਸ਼ਰਨ ਦੇ ਵਿੱਚ, ਸੰਗਤ ਦੇ ਵਿੱਚ ਨਹੀਂ ਆਇਆ, ਸਤਿਗੁਰੂ ਦੀ ਸੰਗਤ ਦੇ ਵਿੱਚ ਨਹੀਂ ਆਇਆ, ਉਹਦੇ ਵਾਸਤੇ ਸਤਿਗੁਰਾਂ ਨੇ ਫੇਰ ਬੜੇ ਸਖਤ ਲਫ਼ਜ਼ ਵਰਤੇ ਹਨ, ਧ੍ਰਿਗ ਜੀਵੇ ਧ੍ਰਿਗ ਜੀਵਾਸ। ਕਿਉਂਕਿ ਨਾਮ ਜਪਣ ਵਾਸਤੇ ਸਤਿਗੁਰਾਂ ਨੇ ਕਿਹਾ ਭਾਗਹੀਨ, ਤੇ ਹੁਣ ਕਿਹਾ ਧ੍ਰਿਗ ਜੀਵੇ, ਜਿਹੜਾ ਸੰਗਤ ਵਿੱਚ ਨਹੀਂ ਆਇਆ। ਤਾਂ ਭਾਵ ਸੰਗਤ ਤੇ ਆਉਣਾ ਹੀ ਨਾਮ ਜਪਣਾ ਹੈ। ਕਿਉਂਕਿ ਜਦੋਂ ਅਸੀਂ ਸੰਗਤ ਦੀ ਸ਼ਰਨ ਦੇ ਵਿੱਚ, ਸਹੀ ਅਰਥਾਂ ਦੇ ਵਿੱਚ ਸ਼ਰਨ ਦੇ ਵਿੱਚ ਆ ਗਏ, ਤਾਂ ਨਾਮ ਦੀ ਪ੍ਰਾਪਤੀ ਜਿਹੜੀ ਹੈ ਉੱਥੇ ਬਿਲਕੁਲ ਸਹਿਜੇ ਹੀ ਆਪਣੇ ਆਪ ਹੀ ਹੋ ਜਾਣੀ ਹੈ। ਇਸ ਕਰਕੇ ਸਤਿਗੁਰਾਂ ਨੇ ਇੰਨੀ ਇੰਪੋਰਟੈਂਟ ਸੰਗਤ ਦੀ ਦੱਸੀ ਹੈ ਕਿ ਜਿਹਦੇ ਵਿੱਚ ਇਹਨਾਂ ਦੋਵਾਂ ਚੀਜ਼ਾਂ ਨੂੰ ਸਤਿਗੁਰਾਂ ਨੇ ਇਕੁਏਟ ਕਰ ਦਿੱਤਾ ਹੈ ਕਿ ਨਾਮ ਪਾਉਣ ਨੂੰ ਤੇ ਸੰਗਤ ਵਿੱਚ ਜਾ, ਇਹ ਦੋਵੇਂ ਜਿਵੇਂ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ। ਸਤਿਗੁਰਾਂ ਨੇ ਉਦਾਂ ਇਹਨਾਂ ਦੋ ਪੰਕਤੀਆਂ ਦੇ ਵਿੱਚ ਕਹਿ ਦਿੱਤਾ ਹੈ ਕਿ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ ਜੰਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ। ਤੇ ਇਸ ਤੋਂ ਅਗਲੇ ਪਦੇ ਦੇ ਵਿੱਚ ਫਿਰ ਸਤਿਗੁਰਾਂ ਨੇ ਸੰਗਤ ਦੀ ਮਹਿਮਾ ਕੀਤੀ ਹੈ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਤੋ ਇੱਥੇ ਚੌਥੇ ਸ਼ਬਦ ਤੱਕ ਸਤਿਗੁਰਾਂ ਨੇ ਸਾਨੂੰ ਜਿੱਥੋਂ ਤੱਕ ਉਂਗਲ ਫੜ ਕੇ ਸਮਝਾ ਬੁਝਾ ਕੇ ਜੋ ਲਿਆਂਦਾ ਹੈ ਉਹ ਇਹ ਹੈ ਕਿ ਭਾਈ ਉਸ ਅਕਾਲ ਪੁਰਖ ਦੇ ਨਾਲ ਜੁੜਨਾ ਹੈ, ਹੋਰ ਆਲੇ ਦੁਆਲੇ ਨਹੀਂ ਤੱਕਣਾ। ਸਾਨੂੰ ਕੋਈ ਵੀ ਕਿੰਨੇ ਭੁਲੇਖਿਆਂ ਦੇ ਵਿੱਚ, ਵਹਿਮਾਂ ਦੇ ਵਿੱਚ ਪਾਉਣ ਦਾ ਯਤਨ ਨਾ ਕਰੇ। ਅਸੀਂ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਨੀ, ਕੇਵਲ ਅਕਾਲ ਪੁਰਖ ਨਾਲ ਜੁੜਨਾ ਹੈ ਤੇ ਅਕਾਲ ਪੁਰਖ ਨਾਲ ਜੁੜਨਾ ਹੈ ਉਹਦੇ ਗੁਣ ਗਾ ਕੇ। ਤੇ ਗੁਣ ਗਾਉਣ ਦੇ ਲਈ ਫਿਰ ਸਤਿਗੁਰਾਂ ਨੇ ਤੀਜੇ ਸ਼ਬਦ ਦੇ ਜਾ ਕੇ ਸਾਨੂੰ ਸਪਸ਼ਟ ਕੀਤਾ ਕਿ ਗੁਣ ਗਾਉਣ ਦਾ ਜੋ ਢੰਗ ਹੈ ਉਹ ਅਕਾਲ ਪੁਰਖ ਦੇ ਨਾਲ ਪ੍ਰੇਮ ਪਾ ਕੇ ਨਾਮ ਦੇ ਰਾਹੀਂ ਉਹਦੇ ਨਾਲ ਜੁੜਿਆ ਜਾ ਸਕਦਾ ਹੈ।
ਉਹਦੇ ਗੁਣ ਗਾਉਣ ਦਾ ਸਰਬੋਤਮ ਢੰਗ ਉਸ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜਨਾ ਹੈ। ਤੇ ਅੱਗੋਂ ਹੁਣ ਸਤਿਗੁਰ ਕਹਿ ਰਹੇ ਹਨ ਚੌਥੇ ਸ਼ਬਦ ਦੇ ਵਿੱਚ ਕਿ ਭਾਈ ਜੇ ਨਾਮ ਜਪਣਾ ਤਾਂ ਫਿਰ ਸੰਗਤ ਵਿੱਚ ਜਾਣਾ। ਸੰਗਤ ਵਿੱਚ ਜਾਣਾ ਹੈ ਤਾਂ ਅਰਥ ਹੈ ਕਿ ਨਾਮ ਸਾਨੂੰ ਆਟੋਮੈਟਿਕਲੀ ਪ੍ਰਾਪਤ ਹੋਏਗਾ, ਪ੍ਰੋਵਾਈਡਡ, ਸ਼ਰਤ ਹੈ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ। ਜੇ ਅਸੀਂ ਸ਼ਰਨ ਦੇ ਵਿੱਚ ਚਲੇ ਜਾਵਾਂਗੇ ਤੇ ਫਿਰ ਸ਼ਰਨ ਦੇ ਵਿੱਚ ਜਾਣ ਦਾ ਅਰਥ ਇਹ ਹੈ ਕਿ ਅਸੀਂ ਆਪਣੇ ਜੀਵਨ ਨੂੰ ਉਹਨਾਂ ਆਈਡੀਅਲਸ ਦੇ ਮੁਤਾਬਕ, ਉਹਨਾਂ ਜੋ ਗੁਣਾਂ ਦੇ ਮੁਤਾਬਕ, ਜੋ ਹਰੀ ਨਾਲ ਜੁੜੇ ਹੋਏ ਵਿਅਕਤੀਆਂ ਦੇ ਗੁਣ ਹਨ, ਅਸੀਂ ਉਹ ਗੁਣਾਂ ਦੇ ਅੱਗੇ ਸ਼ਰਨ ਵਿੱਚ ਨਹੀਂ ਪੈਂਦੇ, ਉਹ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਨਹੀਂ ਜਦ ਤੱਕ ਕਰਦੇ, ਉਦੋਂ ਤੱਕ ਅਸੀਂ ਆਪਣੇ ਆਪ ਨੂੰ ਇਹ ਨਹੀਂ ਕਹਿ ਸਕਦੇ ਕਿ ਅਸੀਂ ਸ਼ਰਨ ਵਿੱਚ ਚਲੇ। ਹਾਂ, ਫਿਜ਼ੀਕਲੀ ਅਸੀਂ ਸੰਗਤ ਤੇ ਜਾ ਕੇ ਬੈਠ ਜ਼ਰੂਰ ਸਕਦੇ ਹਾਂ, ਪਰ ਜਦੋਂ ਬੈਠ ਕੇ ਵੀ ਉਹ ਚੀਜ਼ਾਂ ਪ੍ਰਾਪਤ ਨਹੀਂ ਕੀਤੀਆਂ ਜਿਹੜੀਆਂ ਅਸੀਂ ਲੈਣ ਲਈ ਗਏ ਸੀ, ਤਾਂ ਫਿਰ ਅਸੀਂ ਸ਼ਰਨ ਦੇ ਵਿੱਚ ਨਹੀਂ ਆਏ। ਤਾਂ ਸਤਿਗੁਰਾਂ ਨੇ ਸਹੀ ਅਰਥਾਂ ਦੇ ਵਿੱਚ ਸੰਗਤ, ਕਿਉਂਕਿ ਸੰਗਤ ਦੀ ਤਾਂ ਡੈਫੀਨੇਸ਼ਨ ਹੀ ਸਤਿਗੁਰਾਂ ਨੇ ਕਿਹਾ ਕਿ ਜਿੱਥੇ ਉਸ ਪ੍ਰਭੂ ਦੇ ਨਾਮ ਦਾ ਸਿਮਰਨ ਹੁੰਦਾ ਹੈ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ। ਤੇ ਜਦੋਂ ਅਸੀਂ ਸੰਗਤ ਦੀ ਸ਼ਰਨ ਦੇ ਵਿੱਚ ਚਲੇ ਗਏ, ਭਲੇ ਪੁਰਸ਼ਾਂ ਦੀ ਸੰਗਤ ਵਿੱਚ ਚਲੇ ਗਏ, ਤੇ ਉਹ ਸਾਡੀ ਉਂਗਲ ਫੜ ਕੇ, ਸਾਡੀ ਮਦਦ ਕਰਕੇ, ਸਾਨੂੰ ਗੁਰੂ ਦੇ ਨਾਲ ਜੋੜ ਕੇ, ਨਾਮ ਦੇ ਨਾਲ ਜੋੜ ਕੇ ਸਾਡੇ ਜੀਵਨ ਨੂੰ ਮੁਬਾਰਕ ਕਰ ਦੇਣਗੇ। ਤਾਂ ਇੱਥੇ ਤੱਕ ਸਤਿਗੁਰਾਂ ਨੇ ਜੋ ਸਾਨੂੰ ਉਪਦੇਸ਼ ਦਿੱਤਾ ਹੈ ਕਿ ਭਾਈ ਨਾਮ ਜਪਣ ਦੇ ਵਾਸਤੇ ਸਾਡੇ ਵਾਸਤੇ ਜੋ ਹੈ ਉਹ ਸਾਨੂੰ ਜ਼ਰੂਰੀ ਹੈ ਕਿ ਅਸੀਂ ਅਕਾਲ ਪੁਰਖ ਦੇ ਨਾਮ ਜਪਣ ਦੇ ਵਾਸਤੇ ਅਸੀਂ ਉੱਥੇ ਜਾਈਏ ਜਿੱਥੇ ਭਲੇ ਪੁਰਸ਼ ਮਿਲ ਜੁੜ ਕੇ ਬੈਠਦੇ ਹਨ, ਅਕਾਲ ਪੁਰਖ ਦੇ ਗੁਣ ਗਾਉਂਦੇ ਹਨ। ਤੇ ਹੁਣ ਅੱਗੇ ਜੋ ਆਖਰੀ ਸ਼ਬਦ ਹੈ ਇਸ ਲੜੀ ਦਾ, ਪੰਜਵਾਂ ਸ਼ਬਦ, ਜਿਹਦੀਆਂ ਪਹਿਲੀਆਂ ਪੰਕਤੀਆਂ ਹਨ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਉ ਭਰਿਆ, ਉਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਜੋ ਸਾਨੂੰ ਉਪਦੇਸ਼ ਦਿੱਤਾ ਹੈ ਉਹ ਵੀ ਇਸੇ ਕੰਟੀਨਿਊਟੀ ਦੇ ਵਿੱਚ ਚੱਲ ਕੇ ਸਾਨੂੰ ਦਿੱਤਾ ਹੈ ਕਿ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾ। ਸਤਿਗੁਰੂ ਜੀ ਕਹਿੰਦੇ ਹਨ ਕਿ ਅਸੀਂ ਇਹ ਬੇਨਤੀ ਕਰੀਏ, ਪ੍ਰਭੂ ਦੇ ਅੱਗੇ ਬੇਨਤੀ ਕਰੀਏ ਕਿ ਮੈਨੂੰ ਸਤ ਸੰਗਤ ਨਾਲ ਜੋੜ, ਕਿਉਂਕਿ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ। ਹੁਣ ਸਤ ਸੰਗਤ ਦੇ ਵਿੱਚ ਜਾਣ ਦਾ ਸਤਿਗੁਰੂ ਫਾਇਦਾ ਕੀ ਦੱਸ ਰਹੇ ਹਨ ਕਿ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਮਨ ਦੀ ਉਹ ਅਵਸਥਾ ਬਣਦੀ ਹੈ ਤਾਂ ਉਹ ਐਸੀ ਅਚੰਭੇ ਵਾਲੀ ਹੈ, ਐਸੀ ਵਿਸਮਾਦ ਵਾਲੀ ਹੈ, ਐਸੀ ਹੈਰਾਨ ਕਰਨ ਵਾਲੀ ਹੈ ਜਿਹਨੂੰ ਦੁਨੀਆ ਦੀ ਅਸੀਂ ਕਿਸੇ ਹੋਰ ਚੀਜ਼ ਦੇ ਨਾਲ ਤੁਲਨਾ ਨਹੀਂ ਦੇ ਸਕਦੇ ਕਿ ਮਨ ਦੇ ਵਿੱਚ ਕਿੰਨੀ ਕੁ ਤਬਦੀਲੀ ਆਉਂਦੀ ਹੈ। ਸਤ ਸੰਗਤ ਦਾ ਐਸਾ ਅਸਰ ਸਤਿਗੁਰੂ ਕਹਿ ਰਹੇ ਹਨ ਕਿ ਸੂਕੇ ਕਾਸ਼ਟ ਹਰਿਆ। ਅਸੀਂ ਸਾਰੇ ਜਾਣਦੇ ਹਾਂ ਕਿ ਸੁੱਕੀ ਲੱਕੜ ਨੂੰ ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਉਹਨੂੰ ਪਾਣੀ 'ਚ ਭਿਉਂ ਕੇ ਵੀ ਰੱਖ ਦੇਈਏ, ਸੁੱਕੀ ਦੀ ਲੱਕੜ ਸੁੱਕੀ ਹੀ ਰਹਿੰਦੀ ਹੈ, ਉਹ ਦੁਬਾਰਾ ਕਦੀ ਹਰੀ ਨਹੀਂ ਹੁੰਦੀ। ਜਦੋਂ ਤੱਕ ਉਹਦੇ ਅੰਦਰ ਕੋਈ ਬੂਰ ਪੈਣ ਦੀ ਸਮਰੱਥਾ ਨਾ ਹੋਵੇ, ਜੀਵਨ ਦੀ ਕੁਝ ਕਣੀ ਬਾਕੀ ਨਾ ਬਚੀ ਹੋਵੇ। ਪਰ ਸਤਿਗੁਰੂ ਕਹਿ ਰਹੇ ਹਨ ਕਿ ਜਿਹੜਾ ਸੁੱਕਾ ਹੋਇਆ ਕਾਸ਼ਟ ਹੈ ਉਹ ਵੀ ਹਰਾ ਹੋ ਜਾਂਦਾ ਹੈ। ਕਹਿਣ ਤੋਂ ਭਾਵ ਇਹ ਹੈ ਕਿ ਵੱਡੇ ਵੱਡੇ ਔਗੁਣਾਂ ਵਾਲਾ ਮਨੁੱਖ, ਵੱਡਾ ਜ਼ਾਲਮ, ਵੱਡਾ ਚੋਰ, ਵੱਡਾ ਰਿਸ਼ਵਤਖੋਰ, ਦੁਨੀਆ ਦੇ ਸਭ ਤੋਂ ਵੱਡੇ ਪਾਪੀਆਂ ਦੀ ਵੀ ਅਗਰ ਅਸੀਂ ਗੱਲ ਕਰੀਏ ਤੇ ਸਤਿਗੁਰੂ ਕਹਿੰਦੇ ਹਨ ਕਿ ਸਤ ਸੰਗਤ ਦੀ ਬਰਕਤ ਐਸੀ ਹੈ ਜਿਹਦੇ ਜਾ ਕੇ ਉਹ ਵੀ ਤਰ ਜਾਂਦੇ। ਐਸੀ ਮਹਾਨ ਸਤਿਗੁਰਾਂ ਨੇ ਸਾਨੂੰ ਸਤ ਸੰਗਤ ਦੀ ਦਾਤ ਬਖਸ਼ੀ ਹੈ ਕਿ ਸਤ ਸੰਗਤ ਦੇ ਵਿੱਚ ਜਾ ਕੇ ਗੁਰੂ ਦੀ ਕਿਰਪਾ ਪ੍ਰਾਪਤ ਹੁੰਦੀ ਹੈ, ਜਿਹਦੇ ਨਾਲ ਪਰਮ ਪਦ ਮਿਲਦਾ ਹੈ। ਇਹ ਏਡਾ ਵੱਡਾ, ਸਤਿਗੁਰੂ ਕਹਿੰਦੇ ਹਨ ਕਿ ਏਡੀ ਵੱਡੀ ਕਰਾਮਾਤ ਹੈ। ਜਿਵੇਂ ਅਸੀਂ ਕਹੀਏ ਕਿ ਸਤਿਗੁਰੂ ਕਹਿੰਦੇ ਹਨ ਕਿ ਸੁੱਕੇ ਕਾਸ਼ਟ ਹਰਿਆ, ਜਿਵੇਂ ਸੁੱਕਾ ਇੱਕ ਕਾਠ ਹੈ, ਸੁੱਕੀ ਲੱਕੜ ਹੈ, ਉਹ ਵੀ ਹਰੀ ਹੋ ਜਾਏ। ਹੁਣ ਜੇ ਸਤ ਸੰਗਤ ਏਡੀ ਵੱਡੀ ਹੈ ਤੇ ਸਤਿਗੁਰੂ ਹੁਣ ਇਸ ਸ਼ਬਦ ਦੇ ਵਿੱਚ, ਤਿੰਨ ਪਦਿਆਂ ਦੇ ਇਸ ਸ਼ਬਦ ਦੇ ਵਿੱਚ ਸਾਡੀ ਇੱਕ ਬੜੀ ਵੱਡੀ ਜੋ ਹੈ ਉਹ ਸਾਡੇ ਮਨ ਦੀ ਦੁਬਿਧਾ ਨੂੰ ਹੱਲ ਕਰਦੇ ਹਨ। ਅਸੀਂ ਸੰਗਤ ਵਿੱਚ ਕਿਉਂ ਨਹੀਂ ਜਾਂਦੇ, ਅਸੀਂ ਸਮਾਂ ਕਿਉਂ ਨਹੀਂ ਕੱਢਦੇ ਆਪਣੇ ਵਾਸਤੇ, ਜਿਹਨੂੰ ਕਹਿੰਦੇ ਹਨ ਆਪਣੇ ਆਤਮਾ ਦੀ ਤਰੱਕੀ ਦੇ ਵਾਸਤੇ, ਆਪਣੇ ਜੀਵਨ ਦੀ ਤਰੱਕੀ ਵਾਸਤੇ, ਸੁਖੈਨ ਜੀਵਨ ਨੂੰ ਕਰਨ ਦੇ ਵਾਸਤੇ। ਕਿਉਂਕਿ ਅਸੀਂ ਇਸ ਭੁਲੇਖੇ ਦੇ ਵਿੱਚ ਹੀ ਸਾਰੀ ਜ਼ਿੰਦਗੀ ਨਿਕਾਲ ਦਿੰਦੇ ਹਾਂ ਕਿ ਭਾਈ ਮੇਰੇ ਤਾਂ ਫਰਜ਼ ਬੜੇ ਹਨ, ਮੈਂ ਬੱਚੇ ਪਾਲਣੇ ਹਨ,
ਮੈਂ ਮਾਤਾ ਪਿਤਾ ਦੀ ਸੇਵਾ ਕਰਨੀ ਹੈ, ਮੈਂ ਭੈਣਾਂ ਭਰਾਵਾਂ ਦਾ ਇਹ ਕਰਨਾ ਹੈ, ਬਾਕੀ ਰਿਸ਼ਤੇਦਾਰਾਂ ਦਾ ਇਹ ਕਰਨਾ ਹੈ। ਤੇ ਸਤਿਗੁਰੂ ਜੀ ਇੱਥੇ ਸਾਨੂੰ ਇੱਕ ਬੜੇ ਛੋਟੇ ਜਿਹੇ ਇਸ 3 ਪਦਿਆਂ ਦੇ ਸ਼ਬਦ ਦੇ ਵਿੱਚ ਜਿਹੜੀ ਗੱਲ ਸਮਝਾ ਰਹੇ ਹਨ ਕਿ ਭਾਈ ਨਹੀਂ, ਨਾ ਤਾਂ ਤੂੰ ਕਿਸੇ ਨੂੰ ਪਾਲਣਾ ਹੈ, ਪਾਲਣਾ ਅਕਾਲ ਪੁਰਖ ਨੇ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਪੱਥਰਾਂ ਦੇ ਵਿੱਚ, ਸਿੱਲਾਂ ਦੇ ਵਿੱਚ, ਚਟਾਨਾਂ ਦੇ ਵਿੱਚ ਵੀ ਜੰਤੂ ਪਾਏ ਹਨ ਤੇ ਅਕਾਲ ਪੁਰਖ ਨੇ ਉਹਨਾਂ ਦਾ ਭੋਜਨ ਉਹਨਾਂ ਦੇ ਅੱਗੇ ਕਰਨ ਦਾ ਉਹਨਾਂ ਤੋਂ ਪਹਿਲਾਂ ਹੀ ਪ੍ਰਬੰਧ ਕਰਕੇ ਰੱਖ ਦਿੰਦਾ ਹੈ। ਆਗਿਆ ਕਰ ਧਰਿਆ, ਆਗਿਆ ਭਾਵ ਉੱਥੇ ਉਹਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਉਹਨਾਂ ਦਾ ਰਿਜ਼ਕ ਉੱਥੇ ਰੱਖ ਦਿੱਤਾ ਜਾਂਦਾ। ਫਿਰ ਸਤਿਗੁਰੂ ਕਹਿੰਦੇ ਹਨ ਕਿ ਤੂੰ ਹੋਰ ਉਦਾਹਰਣ ਲੈ ਲੈ ਜਿਹੜੀ ਕਿ ਆਮ ਸਾਡੇ ਧਾਰਮਿਕ ਟ੍ਰੈਡੀਸ਼ਨ ਦੇ ਵਿੱਚ ਦਿੱਤੀ ਜਾਂਦੀ ਹੈ, ਕਿਉਂਕਿ ਪੰਛੀ ਜਿਹੜੇ ਮਾਈਗ੍ਰੇਟਰੀ ਬਰਡਸ ਹੁੰਦੇ ਹਨ ਉਹ ਬੜੇ ਲੰਬੇ ਲੰਬੇ ਸਫ਼ਰ ਤੇ ਜਾਂਦੇ ਹਨ ਤੇ ਇਹ ਇੱਕ ਧਾਰਨਾ ਬਣੀ ਹੋਈ ਹੈ ਕਿ ਜਦੋਂ ਆਉਂਦੇ ਹਨ ਉਹ ਆਪਣੇ ਬੱਚਿਆਂ ਨੂੰ ਪਿੱਛੇ ਛੱਡ ਕੇ ਆਉਂਦੇ ਹਨ। ਤਾਂ ਸਤਿਗੁਰੂ ਕਹਿੰਦੇ ਹਨ ਕਿ ਇਹ ਜੋ ਆ ਰਹੇ ਹਨ ਪੰਛੀ ਆਉਂਦੇ ਹਨ, ਮਾਈਗ੍ਰੇਟਰੀ ਬਰਡਸ ਆਉਂਦੇ ਹਨ, ਉਹ ਵੀ ਬਿਨਾਂ ਕਿਸੇ ਚਿੰਤਾ ਫਿਕਰ ਦੇ ਕਿ ਉਹਨਾਂ ਦੇ ਬੱਚੇ ਕਿੰਨੇ ਛੋਟੇ ਹਨ, ਉਹਨਾਂ ਨੂੰ ਕੋਈ ਖਵਾ ਰਿਹਾ ਨਹੀਂ ਖਵਾ ਰਿਹਾ, ਉੱਡਣਾ ਸਿਖਾ ਰਿਹਾ ਨਹੀਂ ਸਿਖਾ ਰਿਹਾ, ਉਹ ਵੀ ਤਾਂ ਅਕਾਲ ਪੁਰਖ ਦੇ ਸਿਰ ਦੇ ਉੱਤੇ ਹੀ, ਉਹਦੇ ਭਰੋਸੇ ਤੇ ਹੀ ਛੱਡ ਕੇ ਆਉਂਦੇ ਹਨ। ਤੇ ਤੂੰ ਕਿਉਂ ਨਹੀਂ ਅਕਾਲ ਪੁਰਖ ਦੇ ਉੱਤੇ ਭਰੋਸਾ ਕਰਦਾ? ਅਕਾਲ ਪੁਰਖ ਦੇ ਉੱਤੇ ਭਰੋਸਾ ਕਰ, ਜਿਹੜੇ ਤੂੰ ਜਿਨ੍ਹਾਂ ਚੀਜ਼ਾਂ ਕਰਕੇ ਤੂੰ ਸੰਗਤ ਤੇ ਜਾਣ ਤੋਂ ਰੁਕਿਆ ਹੋਇਆ। ਸਤਿਗੁਰੂ ਕਹਿੰਦੇ ਹਨ ਜਨਨ ਪਿਤਾ ਲੋਕ ਸੁੱਤ ਬੰਨਤਾ। ਸਤਿਗੁਰੂ ਕਹਿੰਦੇ ਹਨ ਕਿ ਇਹਨਾਂ ਦੀ ਕੋਈ ਸਹਾਰਾ ਨਹੀਂ ਹੈ ਸਿਵਾਏ ਅਕਾਲ ਪੁਰਖ ਦੇ। ਅਕਾਲ ਪੁਰਖ ਹੀ ਸਾਰਿਆਂ ਦਾ ਸਹਾਰਾ ਹੈ। ਤੂੰ ਇਹ ਮਤ ਸਮਝ ਕੇ ਤੇਰੇ ਸਹਾਰੇ ਹੀ ਉਹਨਾਂ ਨੇ ਜਿਉਣਾ ਹੈ। ਤੂੰ ਉਹਨਾਂ ਦੀ ਸੇਵਾ ਕਰ, ਆਪਣੇ ਫਰਜ਼ ਪੂਰੇ ਕਰ, ਆਪਣੇ ਗ੍ਰਹਿਸਥ ਆਸ਼ਰਮ ਦੇ ਫਰਜ਼ ਪੂਰੇ ਕਰ, ਪਰ ਇਹ ਨਾ ਸੋਚ ਕੇ ਤੇਰੇ ਬਿਨਾਂ ਉਹਨਾਂ ਸਾਰਿਆਂ ਦਾ ਕੋਈ ਸਾਰ ਲੈਣ ਵਾਲਾ ਨਹੀਂ, ਕਿਉਂਕਿ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ। ਇਹ ਸਾਰੇ ਜੋ ਹਨ ਇਹਨਾਂ ਦੀ ਸਾਰ ਅਸਲ ਦੇ ਵਿੱਚ ਤਾਂ ਅਕਾਲ ਪੁਰਖ ਨੇ ਲੈਣੀ ਹੈ। ਅਸੀਂ ਤਾਂ ਕੇਵਲ ਇੱਕ ਸਾਧਨ ਹਾਂ ਜਿਹਦੇ ਰਾਹੀਂ ਉਹ ਸਾਰ ਲੈ ਰਿਹਾ। ਤੋ ਸਾਧਨ ਵਾਲੀ ਹੀ ਚਿੰਤਾ ਕਰ, ਸਾਰ ਲੈਣ ਵਾਲੇ ਵਾਲਾ ਉਹਦੀ ਥਾਂ ਤੇ ਆਪਣੇ ਆਪ ਨੂੰ ਰੱਖ ਕੇ ਇਹ ਚਿੰਤਾ ਨਾ ਕਰ। ਅਸੀਂ ਤਾਂ ਸਾਧਨ ਹਾਂ, ਅਕਾਲ ਪੁਰਖ ਨੇ ਸਾਨੂੰ ਵਰਤ ਕੇ ਇਹ ਚਿੰਤਾ ਕਰਨੀ ਹੈ, ਉਹਨਾਂ ਦਾ ਜੋ ਪ੍ਰਬੰਧ ਕਰਨਾ ਹੈ ਉਹ ਅਸੀਂ ਸਾਧਨ ਬਣੇ ਰਹੀਏ, ਇਹ ਕਰਦੇ ਰਹੀਏ, ਪਰ ਇਹ ਚਿੰਤਾ ਵਿੱਚ ਨਾ ਪਈਏ ਕਿ ਉਹਨਾਂ ਦਾ ਕੀ ਬਣੇਗਾ। ਔਰ ਸਤ ਸੰਗਤ ਨੂੰ ਇਸ ਗੱਲ ਦੇ ਉੱਤੇ ਕੁਰਬਾਨ ਨਾ ਕਰੀਏ ਕਿ ਬਈ ਮੈਂ ਇਹ ਕੰਮ ਕਰਨੇ ਹਨ, ਮੈਂ ਇਹ ਜ਼ਿੰਦਗੀਆਂ ਜਿਹੜੀਆਂ ਹਨ ਉਹ ਉਹਨਾਂ ਦੇ ਇਹ ਜ਼ਿੰਦਗੀ ਆਪਣੀ ਸਾਰੀ ਉਹਨਾਂ ਦੇ ਉੱਤੇ ਹੀ, ਉਹਨਾਂ ਦੇ ਲੇਖੇ ਹੀ ਮੈਂ ਲਗਾ ਦੇਣੀ। ਤਾਂ ਸਤਿਗੁਰੂ ਕਹਿੰਦੇ ਹਨ ਕਿ ਅਕਾਲ ਪੁਰਖ ਬੇਅੰਤ ਹੈ, ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਭਾਵ ਸਾਰੇ ਖਜ਼ਾਨੇ, ਸਾਰੇ ਗੁਣ ਅਕਾਲ ਪੁਰਖ ਦੇ ਤਲੀ ਦੇ ਉੱਤੇ ਧਰੇ ਹੋਏ ਹਨ। ਉਹਦੇ ਅੱਗੇ ਬਲ ਬਲ ਜਾਈਏ ਕਿਉਂਕਿ ਤੇਰਾ ਅੰਤ ਨਾ ਪਾਰਾ ਵਰਿਆ। ਤਾਂ ਸਤਿਗੁਰੂ ਜੀ ਅਖੀਰਲੇ ਸ਼ਬਦ ਦੇ ਵਿੱਚ ਸਾਨੂੰ, ਜਿਵੇਂ ਸਤਿਗੁਰਾਂ ਨੇ ਅੱਗੇ ਸਾਡੀ ਇੱਕ ਬੜੀ ਪ੍ਰੈਕਟੀਕਲ ਡਿਫਿਕਲਟੀ ਦੂਜੇ ਤੀਜੇ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਜੋ ਸਮਝਾਇਆ ਸੀ ਸਾਨੂੰ ਕਿ ਆਖਣ ਔਖਾ ਸਾਚਾ ਨਾਉ, ਉਹ ਔਖਾ ਕਿਉਂ ਹੈ ਉਹ ਸਤਿਗੁਰਾਂ ਨੇ ਸਾਨੂੰ ਸਮਝਾ ਦਿੱਤਾ ਕਿ ਬਈ ਉਹ ਔਖਾ ਇਸ ਕਰਕੇ ਹੈ ਕਿਉਂਕਿ ਸਾਨੂੰ ਮਨ ਦੇ ਵਿੱਚ ਭੁੱਖ ਨਹੀਂ ਲੱਗੀ। ਉਹਦੀ ਭੁੱਖ ਨਾ ਲੱਗਣ ਕਰਕੇ ਸਾਨੂੰ ਨਾਮ ਜਪਣਾ ਔਖਾ ਲੱਗਦਾ ਹੈ। ਤੇ ਹੁਣ ਸਤਿਗੁਰੂ ਜੀ ਸਾਡੀ ਦੂਜੀ ਪ੍ਰੈਕਟੀਕਲ ਡਿਫਿਕਲਟੀ ਇੱਥੇ ਹੱਲ ਕਰ ਰਹੇ ਹਨ ਕਿ ਭਾਈ ਇਹ ਮਤ ਸਮਝ ਕੇ ਜੇ ਤੂੰ ਕਿਸੇ ਦਾ ਧਿਆਨ ਨਹੀਂ ਰੱਖਿਆ ਤੇ ਉਹਦਾ ਧਿਆਨ ਰੱਖਣ ਵਾਲਾ ਕੋਈ ਨਹੀਂ, ਕਿਉਂਕਿ ਅਸਲੀਅਤ ਇਹ ਹੈ ਧਿਆਨ ਤਾਂ ਉਹ ਹੀ ਅਕਾਲ ਪੁਰਖ ਰੱਖ ਰਿਹਾ ਹੈ, ਤੂੰ ਮਾਤਰ ਇੱਕ ਸਾਧਨ ਹੈ। ਤੋ ਇਸ ਕਰਕੇ ਆਪਣੇ ਆਪ ਨੂੰ ਉੱਥੇ ਤੱਕ ਸੀਮਤ ਕਰਕੇ ਸਤ ਸੰਗਤ ਦੇ ਵਿੱਚ ਜਾ। ਸਤ ਸੰਗਤ ਦੇ ਵਿੱਚ ਜਾਏ ਬਿਨਾਂ ਜਿਹੜਾ ਹੈ ਉਹ ਤੇਰਾ ਉਸ ਤੋਂ ਇਲਾਵਾ ਕੋਈ ਰਸਤਾ ਨਹੀਂ ਹੈ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਦ ਪਾਇਆ, ਸੁਖੇ ਕਾਸ਼ਟ ਹਰਿਆ। ਤੋ ਇੰਨੀਆਂ ਵਿਚਾਰਾਂ ਹੀ ਪ੍ਰਵਾਨ ਕਰਨੀਆਂ ਜੀ, ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀਓ ਵੀਰ ਪ੍ਰਭ ਕੀਰਤਨ ਸਿੰਘ ਜੀ। ਸੁੰਦਰ ਸਰਲੇਖ ਦੇ ਵਿੱਚ ਆਏ ਹੋਏ 5 ਸ਼ਬਦਾਂ ਦੀ ਵਿਚਾਰ ਆਪ ਜੀ ਨੇ ਸਰਵਣ ਕਰਾਈ ਹੈ। ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਕਿਆ ਕਮਾਲ ਦਾ
ਇਹ ਸਾਡੇ ਸਾਹਮਣੇ ਇੱਕ ਨਜ਼ਾਰਾ ਰੱਖਿਆ। ਪਹਿਲਾਂ ਉਸ ਵਾਹਿਗੁਰੂ ਦਾ ਦਰ, ਫਿਰ ਉਸ ਦਰ ਦੀ ਕਹਾਣੀ ਕਰਨ ਵਾਲੇ ਸਾਰੇ ਹੀ ਕਹਿੰਦੇ ਨੇ, ਸੁਣ ਵੱਡਾ ਆਖੇ ਸਭ ਕੋਈ ਦੀ ਗੱਲ, ਤੇ ਫਿਰ ਨਾ ਕਹਿਣ ਵਾਲੀ ਉਹ ਅਵਸਥਾ, ਆਖਾਂ ਜੀਵਾਂ ਵਿਸਰੇ ਮਰ ਜਾਊਂ, ਆਖਣੇ ਔਖਾ ਸਾਚਾ ਨਾਮ। ਉਹ ਅਵਸਥਾ ਦਾ ਜ਼ਿਕਰ ਕੀਤਾ। ਤੇ ਚੌਥੇ ਸ਼ਬਦ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਫਿਰ ਇਹ ਵੀ ਕਹਿ ਦਿੱਤਾ ਵੀ ਜੇ ਔਖਾ ਜ਼ਰੂਰ ਹੈ ਪਰ ਨਹੀਂ ਜਪਣਾ ਫਿਰ ਕਮਜਾਤ ਹੈ, ਸਨਾਤ ਹੈ। ਫਿਰ ਸਨਾਤ ਤੇ ਕਮਜਾਤ ਤੱਕ ਦੀ ਡਿਗਰੀ ਗੁਰੂ ਪਾਤਸ਼ਾਹ ਜੀ ਨੇ ਬਖਸ਼ ਦਿੱਤੀ। ਜਨਮ ਨਾਲ ਨਹੀਂ, ਜਾਤ ਪਾਤ ਨਾਲ ਨਹੀਂ, ਇਹ ਵਾਹਿਗੁਰੂ ਦੀ ਯਾਦ ਨਾਲ ਜੁੜ ਕੇ ਹੀ ਉੱਚਾ ਤੇ ਸੁੱਚਾ ਤੇ ਨੀਵਾਂ ਨੇ ਉਹਨੂੰ ਵਿਸਾਰ ਕੇ ਅਸੀਂ ਨੀਵੇਂ ਬਣ ਜਾਂਦੇ ਹਾਂ। ਸਤਿਗੁਰੂ ਜੀ ਨੇ ਪੰਜਵਾਂ ਸ਼ਬਦ ਜਿਹੜਾ ਸੀ, ਉੱਥੇ ਸਾਨੂੰ ਦੁਨੀਆ ਦੀਆਂ ਚਿੰਤਾ ਫਿਕਰ ਤੋਂ ਹਟਾ ਕੇ ਉਸ ਵਾਹਿਗੁਰੂ ਦੀ ਬੇਅੰਤਤਾ ਦੇ ਵਿੱਚ ਲੀਨ ਹੋਣ ਦੀ ਗੱਲ ਸਮਝਾ ਦਿੱਤੀ। ਇਹ ਚਿੰਤਾ ਫਿਕਰ ਛੱਡ, ਉਦਮ ਕਰ, ਚਿੰਤਾ ਨਾ ਕਰ। ਚਿੰਤਾ ਕਰਤੇ ਨੂੰ ਹੈ, ਨਾ ਕਰ ਚਿੰਤਾ ਹੈ ਕਰਤੇ। ਉਹ ਕਰਤੇ ਨੂੰ ਚਿੰਤਾ ਹੈ ਜਿਸ ਨੇ ਪੈਦਾ ਕੀਤਾ ਹੈ, ਜਿਸ ਨੇ ਬਣਾਇਆ ਹੈ। तो उस करते ने चिंता करनी है। वो तो करते ਦੀਆਂ ਬਾਤਾਂ ਹਨ, ਕਹੋ ਨਾਨਕ ਕਰਤੀ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਉਹਦੇ ਅੱਗੇ ਚਿੰਤਾ ਕੀ ਹੈ? ਮਨੁੱਖ ਦਾਅਵੇ ਬਹੁਤ ਕਰਦਾ ਹੈ ਕਿ ਲੋ ਜੀ ਮੈਂ ਚਲਾ ਗਿਆ, ਫਿਰ ਕੌਣ ਸਾਂਭੇਗਾ, ਕੀ ਹੋਏਗਾ। ਉਹਦੇ 'ਚ ਫਿਰ ਉਦਾਹਰਨ ਗੁਰੂ ਪਾਤਸ਼ਾਹ ਜੀ ਨੇ ਦਿੱਤੀ ਕੂੰਜ ਦੀ, ਜਾਂ ਉਹਨਾਂ ਪੰਛੀਆਂ ਦੀ ਜੋ ਪ੍ਰਵਾਸੀ ਹਨ, ਉਹਨਾਂ ਦੀਆਂ ਉਦਾਹਰਨਾਂ ਦੇਖ ਕੇ ਭਲਿਆ ਉਹਨਾਂ ਵੱਲ ਹੀ ਦੇਖ ਲੈ। ਉਹਨੇ ਤਾਂ ਪੱਥਰਾਂ 'ਚ ਜੀਵ ਪੈਦਾ ਕੀਤੇ ਤੇ ਉਹਨਾਂ ਦਾ ਰਿਜ਼ਕ ਵੀ ਬਣਾ ਦਿੱਤਾ। ਇਹ ਬੱਚੇ ਛੋਟੇ ਛੱਡ ਕੇ ਜਦੋਂ ਉਹਦਾ ਰਿਜ਼ਕ ਦੀ ਪਾਲਣਾ ਵੀ ਤਾਂ ਮਾਲਕ ਕਰਦਾ ਹੈ, ਉਹਨੂੰ ਰਿਜ਼ਕ ਵੀ ਦਿੰਦਾ, ਉਹਨਾਂ ਦੀ ਪਾਲਣਾ ਵੀ ਕਰਦਾ ਹੈ। ਕੱਛੂ ਜਿਹੜੇ ਰੇਤ ਵਿੱਚ ਆਪਣੇ ਦੇ ਕੇ ਆਂਡੇ ਤੇ ਬੱਚੇ ਜਿਹੜੇ ਹਨ ਆਪ ਚਲਾ ਜਾਂਦਾ, ਤੇ ਬੱਚਿਆਂ ਦੀ ਪਾਲਣਾ ਪੋਸ਼ਣਾ ਜਿਹੜੀ ਹੈ ਉਹ ਅਕਾਲ ਪੁਰਖ ਵਾਹਿਗੁਰੂ। ਇਹ ਵੀ ਉਦਾਹਰਨਾਂ ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ 'ਚ ਦਿੱਤੀਆਂ ਹਨ। ਤੋ ਸਾਹਿਬ ਜੀ ਨੇ ਕਮਾਲ ਦਾ ਸਾਡਾ ਇਹ ਨਕਸ਼ਾ ਸਾਡੇ ਸਾਹਮਣੇ ਰੱਖ ਦਿੱਤਾ। ਤੱਤ ਸਾਰੇ ਇੱਕੋ ਹੀ ਹੈ ਕਿ ਹੁਕਮੀ ਬੰਦਾ ਬਣ, ਉਹਦੀ ਹੁਕਮ ਵਿੱਚ ਚੱਲਣ ਦੀ ਜਾਚ ਸਿੱਖ, ਉਸ ਵਾਹਿਗੁਰੂ ਦੀ ਵਡਿਆਈ ਵਿੱਚ ਆਪਣਾ ਸੁਰਤ ਜੋੜ, ਤਦ ਕਿ ਜੀਵਨ ਸਫਲਾ ਹੋ ਜਾਏ। ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਸੀ, ਇਹ ਰਹਿਰਾਸ ਤਰਲੇਖ ਜੋ ਅੱਜ ਅਸੀਂ ਦਿੱਤਾ ਹੈ, ਇਹ ਗੁਰੂ ਕਾਲ ਵੇਲੇ, ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਵੇਲੇ ਜਦੋਂ ਸਤਿਗੁਰੂ ਜੀ ਨੇ ਇਹਦੀ ਸੰਪਾਦਨਾ ਕੀਤੀ, ਉਦੋਂ ਇਹ ਨਾਮ ਨਹੀਂ ਸੀ। ਬਾਣੀ ਦਾ ਨਾਮ ਰਹਿਰਾਸ ਕਿਵੇਂ ਪ੍ਰਚਲਿਤ ਹੋਇਆ, ਇਹਦੇ ਬਾਰੇ ਕੋਈ ਵੀ ਇਹ ਪ੍ਰਮਾਣ ਜਿਹੜਾ ਹੈ ਲਿਖਤੀ ਨਹੀਂ ਮਿਲਦਾ। ਪਰ ਇਸ ਪੰਕਤੀ ਵਿੱਚ ਇਉਂ ਜਾਪਦਾ ਹੈ ਕਿ ਜੋ ਸਤਿਗੁਰੂ ਜੀ ਨੇ ਲਿਖਿਆ, ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ। ਰਹਿਰਾਸ ਪਦ ਤੋਂ ਸ਼ਾਇਦ ਇਹ ਨਾਮ ਇਹਦਾ ਰਹਿਰਾਸ ਰੱਖ ਦਿੱਤਾ ਗਿਆ, ਜਿਹਦੇ ਅਰਥ ਹਨ ਰਸਤੇ ਦੀ ਰਾਹ ਪੂੰਜੀ, ਬੇਨਤੀ, ਨਮਸਕਾਰ। ਕਈ ਵਿਦਵਾਨਾਂ ਨੇ ਵੱਖਰੇ ਵੱਖਰੇ ਅਰਥ ਕੀਤੇ ਨੇ, ਲੇਕਿਨ ਅਸਲ ਅਰਥ ਹੈ ਰਸਤੇ ਦੀ ਰਾਹ ਪੂੰਜੀ, ਰਸਤੇ ਵਾਸਤੇ ਤੋਸਾ, ਖਜ਼ਾਨਾ। ਇਹ ਸੱਚਾ ਸੌਦਾ ਹਰਨਾਮ ਵਾਲੇ ਉਹਦਾ ਇਹ ਰਹਿਰਾਸ ਹੈ। ਸੋਦਰ ਵਾਲੀ ਬਾਣੀ ਦਾ ਸੰਗ੍ਰਹਿ ਦਾ ਨਾਮ ਰਹਿਰਾਸ ਕਦੋਂ ਪਿਆ, ਕਿਸ ਤਰ੍ਹਾਂ ਪਿਆ, ਇਹਦੇ ਬਾਰੇ ਕੁਝ ਵੀ ਸਾਨੂੰ ਇਹ ਸਮਝ ਨਹੀਂ ਆਉਂਦੀ। ਪਰ ਭਾਈ ਇਹ ਗੁਰਦਾਸ ਜੀ ਦੀਆਂ ਵਾਰਾਂ ਤੋਂ ਵੀ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਉਸ ਵੇਲੇ ਇਸ ਬਾਣੀ ਦਾ ਨਾਮ ਕੇਵਲ ਸੋਦਰ ਹੀ ਸੀ। ਸੰਜੈ ਸੋਦਰ ਗਾਵਨਾ, ਮਨ ਮਿਲੀ ਕਰ ਮੇਲ ਮਿਲੰਦੇ, 6ਵੀਂ ਵਾਰ ਦੀ 3ਜੀ ਪੌੜੀ 'ਚ ਜ਼ਿਕਰ ਆਇਆ। ਜੇ ਇਹ ਰਹਿਰਾਸ ਹੁੰਦਾ ਤਾਂ ਇਹਦਾ ਰਹਿਰਾਸ ਨਾਮ ਲਿਖ ਦਿੱਤਾ ਜਾਂਦਾ। ਭਾਈ ਗੁਰਦਾਸ ਜੀ ਨੂੰ ਰਹਿਰਾਸ ਕਰਕੇ ਵਰਤ ਲੈਂਦੇ। ਫਿਰ ਅੱਗੇ ਲਿਖਦੇ ਹਨ, ਸੋਦਰ ਆਰਤੀ ਗਾਵੀਏ, ਅੰਮ੍ਰਿਤ ਵੇਲੇ ਜਾਪ ਉਚਾਰਾ। ਪਹਿਲੀ ਵਾਰ ਦੀ 38ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਨੇ ਇੱਥੇ ਵੀ ਸੋਦਰ ਦਾ ਜ਼ਿਕਰ ਕੀਤਾ ਹੈ। ਤੋ ਇਤਿਹਾਸਕ ਖੋਜ ਜਦੋਂ ਅਸੀਂ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਰਹਿਰਾਸ ਦਸਮ ਪਾਤਸ਼ਾਹ ਦੇ ਵੇਲੇ ਇਹ ਨਾਮ ਸ਼ਾਇਦ ਪ੍ਰਚਲਿਤ ਹੋ ਚੁੱਕਾ ਸੀ, ਕਿਉਂਕਿ ਭਾਈ ਨੰਦ ਲਾਲ ਸਿੰਘ ਜੀ ਨੇ ਆਪਣੇ ਰਹਿਤਨਾਮਿਆਂ ਵਿੱਚ ਰਹਿਰਾਸ ਪਦ ਦੀ ਵਰਤੋਂ ਕੀਤੀ ਹੈ। ਬਿਨ ਰਹਿਰਾਸ ਸਮਾ ਜੋ ਖੂਬੈ, ਕੀਰਤਨ ਪੜੇ ਬਿਨ ਰੈਨ ਜੋ ਸੇਵੇ। ਉਹਦੇ ਵਿੱਚ ਰਹਿਰਾਸ ਲਫ਼ਜ਼ ਆਉਂਦਾ ਹੈ। ਇਉਂ ਜਾਪਦਾ ਵੀ ਉਸ ਵੇਲੇ ਤੱਕ ਇਹ ਰਹਿਰਾਸ ਜਿਹੜਾ ਲਫ਼ਜ਼ ਹੈ ਇਹ ਹੋ ਚੁੱਕਾ ਸੀ। ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ
ਕਿ ਇਹਦਾ ਮੂਲ ਸਰੂਪ ਪਹਿਲਾਂ 9 ਸ਼ਬਦਾਂ ਵਾਲਾ ਸੀ, ਪਰ ਸਿੱਖ ਰਹਿਤ ਮਰਿਆਦਾ ਦੇ ਵਿੱਚ ਜਦੋਂ 1931 ਤੋਂ ਲੈ ਕੇ 1945 ਤੱਕ ਇਹ ਸਿੱਖ ਰਹਿਤ ਮਰਿਆਦਾ ਜਦੋਂ ਬਣੀ, ਉਹਦੇ 'ਚ ਇਹਦਾ ਨਾਲ ਹੋਰ ਚੌਪਈ, ਅੜੇਲ ਜਾਂ ਹੋਰ ਚੀਜ਼ਾਂ ਵੀ ਨਾਲ ਸ਼ਾਮਿਲ ਹੋਈਆਂ, ਸਵਈਆ, ਦੋਹਰਾ। ਪਰ ਵਿਦਵਾਨਾਂ ਵਿੱਚ ਉਹਦੇ ਬਾਰੇ ਸ਼ੁਰੂ ਤੋਂ ਹੀ ਮਤਭੇਦ ਚੱਲਦੇ ਆਏ ਨੇ। ਸਾਡਾ ਵਿਸ਼ਾ ਨਹੀਂ ਹੈ ਵੀ ਅਸੀਂ ਇਸ ਪਾਸੇ ਨੂੰ ਨਾ ਤੁਰੀਏ। ਸਾਡਾ ਵਿਸ਼ਾ ਕੇਵਲ ਗੁਰੂ ਪੰਥ ਦੀ ਬਖਸ਼ੀ ਰਹਿਤ ਮਰਿਆਦਾ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਸਾਡੇ ਜੀਵਨ ਦਾ ਆਧਾਰ ਹੈ, ਉਹਦੇ ਮੁਤਾਬਕ ਅਸੀਂ ਆਪਣੀ ਇਹ ਜੀਵਨ ਸੇਧ ਨੂੰ ਚਲਾਈਏ। ਧੰਨਵਾਦ ਹੈ ਵੀਰ ਪ੍ਰਭ ਕੀਰਤਨ ਸਿੰਘ ਜੀ, ਆਪ ਜੀ ਨੇ ਬਹੁਤ ਹੀ ਪਿਆਰੇ ਢੰਗ ਦੇ ਨਾਲ ਇਹ ਸਾਡੀ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ। ਅਗਲੇ 4 ਸ਼ਬਦਾਂ ਦੀ ਜੋ ਵਿਚਾਰ ਸੋ ਪੁਰਖ ਵਾਲੀ ਹੈ, ਅਸੀਂ ਮੰਗਲਵਾਰ ਨੂੰ ਫਿਰ ਵੀਰ ਪ੍ਰਭ ਕੀਰਤਨ ਸਿੰਘ ਜੀ ਆਪ ਜੀ ਨਾਲ ਸਾਂਝੀ ਕਰਨਾ ਹੈ। ਮੈਂ ਬੇਨਤੀ ਕਰ ਰਿਹਾ ਵੀ ਰਾਜਾ ਸਿੰਘ ਜੀ ਨੂੰ ਨਵੇਂ ਆਏ ਸਾਡੇ ਜਿਹੜੇ ਵੀਰ ਭਰਾ ਉਹਨਾਂ ਨੂੰ ਸਾਡੀ ਜਾਣਕਾਰੀ ਕਰਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।